SGPC ਦੀਆਂ ਇਲੈਕਸ਼ਨ ਹੋਣਗੀਆਂ, ਐਵੇਂ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਪ੍ਰੋਸੈਸ ਸਿਰੇ ਚੜ੍ਹੇਗਾ ਜਾਂ ਸਿਰਫ ਪੱਤਰ ਜਾਰੀ ਕੀਤਾ ਗਿਆ ਵੋਟਾਂ ਦੀ ਸੁਧਾਈ ਦੇ ਲਈ? ਜਿਹੜੀ ਇਲੈਕਸ਼ਨ ਹੈ ਉਹ ਇੱਕ ਦਿਨ ਵੀ ਲੇਟ ਨਹੀਂ ਹੁੰਦੀ, ਭਾਵੇਂ ਉਹ ਕਿਸੇ ਪੰਚੀ ਦੀ ਹੈ, ਸਰਪੰਚੀ ਦੀ ਹੈ, ਲੇਕਿਨ ਸ਼੍ਰੋਮਣੀ ਕਮੇਟੀ ਦੀ ਚੋਣ ਹੈ ਜਿਹੜੀ ਉਹ ਇੱਕ ਧਿਰ ਨੂੰ ਕਾਬਜ਼ ਰੱਖਣ ਦੇ ਲਈ ਲਗਾਤਾਰ ਉਹਨੂੰ ਡਿਲੇ ਕੀਤਾ ਗਿਆ, ਭਾਵੇਂ ਕੋਈ ਵੀ ਸਿਸਟਮ ਅਪਣਾਇਆ ਗਿਆ। ਵੋਟਾਂ ਤਾਂ ਬਣਾਉਣ ਦਾ ਹੁਕਮ ਅਜੇ ਹੋਇਆ ਹੀ ਨਹੀਂ ਹੈ, ਨੋਟੀਫਿਕੇਸ਼ਨ ਹੋਇਆ ਨਹੀਂ ਹੈ। ਨੋਟੀਫਿਕੇਸ਼ਨ ਹੋਏਗਾ, ਵੋਟਾਂ ਲੋਕੀ ਜਾ ਕੇ ਬਣਾਉਣਗੇ, ਆਪਣੀਆਂ ਫਾਰਮ ਭਰ ਕੇ ਦੇਣਗੇ, ਵੋਟਾਂ ਬਣਨਗੀਆਂ, ਉਸ ਤੋਂ ਬਾਅਦ ਆਬਜੈਕਸ਼ਨ ਆਉਣਗੇ। ਤੇ ਅਜੇ ਤਾਂ ਉਹ ਹੋਇਆ ਹੀ ਨਹੀਂ, ਤੇ ਇਹਨਾਂ ਨੇ ਪਹਿਲਾਂ ਜਿਹੜੀ ਚਿੱਠੀ ਕੱਢਤੀ ਹੈ ਸੁਧਾਈ ਦੀ, ਤੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਤਲਬ ਇਹ ਚੱਲ ਰਿਹਾ ਹੈ, ਕੀ ਇਹਦਾ ਕੀਤਾ ਕੀ ਜਾ ਰਿਹਾ, ਸਮਝ ਤੋਂ ਬਾਹਰ ਹੈ। ਜਿਹੜਾ ਕੋਈ ਮਾੜੇ ਕਿਰਦਾਰ ਦਾ ਬੰਦਾ ਨਹੀਂ ਵੋਟ ਪਾਉਣੀ ਚਾਹੀਦੀ, ਜਿਹੜਾ ਕੋਈ ਜੇ ਕੋਈ ਠੀਕ ਹੋਗਾ ਉਹਨੂੰ ਵੋਟ ਪੈ ਜਾਣੀ ਹੈ। ਸੋ ਇਸ ਵਾਸਤੇ ਇਹ ਗੱਲਾਂ ਤਾਂ ਵੋਟਾਂ ਜਦੋਂ ਪੈਣਗੀਆਂ ਉਦੋਂ ਲੋਕਾਂ ਦੇ ਸਾਹਮਣੇ ਉਮੀਦਵਾਰ ਹੋਣਗੇ, ਪਾਰਟੀਆਂ ਹੋਣਗੀਆਂ, ਪ੍ਰਚਾਰ ਹੋਏਗਾ, ਉਦੋਂ ਆਪਾਂ ਕਰ ਲੈਣਗੇ ਸਾਡੀਆਂ ਗੱਲਾਂ। ਤੇ ਐਵੇਂ ਬੈਠ ਕੇ ਪ੍ਰਜੂਮ ਕਰਨ ਦਾ ਹਰ ਗੱਲ ਪ੍ਰਜੰਪਸ਼ਨ ਤੇ ਨਹੀਂ ਆਧਾਰ ਹੁੰਦੀ। ਜੇਕਰ ਸੱਚੇ ਸੁਹਿਰਦ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਣਾ ਚਾਹੁੰਦੇ ਹੋ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਜੋ ਪਹਿਲ ਤਾਂ ਕਰਨ ਵਾਲੀ ਹੈ ਉਹ ਇਹੀ ਹੈ ਕਿ ਤੁਸੀਂ ਆਪਣੀਆਂ ਵੋਟਾਂ ਬਣਾਓ। ਜੇਕਰ ਤੁਸੀਂ ਵੋਟਾਂ ਹੀ ਨਹੀਂ ਬਣਾਓਗੇ ਤਾਂ ਤੁਸੀਂ ਵੋਟਰ ਕਿਵੇਂ ਬਣੋਗੇ? ਜੇ ਵੋਟਰ ਨਹੀਂ ਬਣੋਗੇ ਤਾਂ ਤੁਸੀਂ ਆਪਣੇ ਪਸੰਦ ਦਾ ਜੋ ਅਸਲ ਸਿੱਖ ਹੈ, ਜਿਹਦਾ ਕਿਰਦਾਰ ਚੰਗਾ ਹੈ, ਤਾਂ ਤੁਸੀਂ ਉਹਨੂੰ ਮੈਂਬਰ ਕਿਵੇਂ ਬਣਾਓਗੇ? ਜਿਹੜੀ ਗੱਲ ਚਾਵਲਾ ਸਾਹਿਬ ਕਹਿ ਰਹੇ ਕਿ ਅਸੀਂ ਵੈਲਕਮ ਕਰ ਰਹੇ ਹਾਂ, ਵੈਲਕਮ ਤਾਂ ਇਹਨਾਂ ਦਾ ਅਸੀਂ ਤਾਂ ਮੰਨੀਏ ਹਾਊਸ ਦੇ ਵਿੱਚ ਮਤਾ ਲੈ ਕੇ ਆਣ ਕਿ ਸਾਡੀ ਟਰਮ ਪੂਰੀ ਹੋ ਗਈ ਹੈ ਜਨਾਬ, ਚੋਣ ਕਰਾਓ। ਉਹ ਮਤਾ ਅੱਜ ਤੱਕ ਨਹੀਂ ਆਇਆ, 2011 ਤੋਂ ਲੈ ਕੇ 2023 ਤੱਕ। ਸੋ ਅੱਜ ਹੁਣ ਚਾਵਲਾ ਸਾਹਿਬ ਜਿਹੜਾ ਅੱਜ ਦਾ ਹਾਊਸ ਹੈ ਉਹਦੇ ਵਿੱਚ ਵੀ ਕਈ ਬੰਦੇ ਜਿਹੜੀ ਹਿੰਦੂਤਵਾ ਸੋਚ, ਜਿਹੜੀ BJP ਨਾਲ ਤੁਰਨ ਨੂੰ ਤਿਆਰ ਨੇ, ਉਹ ਕੌਮ ਨੂੰ ਸਭ ਪਤਾ ਹੈ। ਜਿਹੜੇ ਅੱਜ ਸਿੱਧੀ ਨੁਮਾਇੰਦਗੀ ਜਲੰਧਰ ਬਾਈ ਇਲੈਕਸ਼ਨ 'ਚ ਜਿਨ੍ਹਾਂ ਨੇ BJP ਦੀ ਸਪੋਰਟ ਕੀਤੀ ਹੈ ਉਹ ਮੈਂਬਰ ਨਹੀਂ ਹੈਗੇ। ਗਵਰਨਮੈਂਟ ਆਫ ਇੰਡੀਆ ਉਹਨਾਂ ਨੂੰ ਯੂਜ਼ ਨਹੀਂ ਕਰੂਗੀ ਪਾਰਲੀਮੈਂਟ ਇਲੈਕਸ਼ਨ 'ਚ। ਤੇ ਇੱਥੇ ਟੈਲੀਵਿਜ਼ਨ ਤੇ ਬਹਿ ਕੇ ਜਿਹੜਾ ਬਾਦਲ ਦਲ ਹੈ ਉਹ ਕਹਿੰਦਾ ਕਿ ਜੀ ਅਸੀਂ ਸਾਡੇ ਵੱਲੋਂ ਚੋਣਾਂ ਲਈ ਅਸੀਂ ਤਿਆਰ ਹਾਂ। ਤਿਆਰ ਨਹੀਂ ਆ, ਉਹ ਮੰਗ ਕਰਨ, ਆਫੀਸ਼ੀਅਲੀ ਮੰਗ ਕਰਨ, ਉਹ ਮਤਾ ਲੈ ਕੇ ਆਉਣ ਤੇ ਤਾਂ ਫਿਰ ਅੱਗੇ ਗੱਲ ਚੱਲੇਗੀ। ਅਜੇ ਤੱਕ ਤਾਂ ਮਤਾ ਹੀ ਨਹੀਂ ਲਿਆ ਰਹੇ ਤੇ ਪਬਲਿਕ ਨੂੰ ਮਤਲਬ ਗੁੰਮਰਾਹ ਕਰਨ ਲਈ ਇੱਥੇ ਟੈਲੀਵਿਜ਼ਨਾਂ ਤੇ ਉਹਨਾਂ ਦੇ ਬੁਲਾਰੇ ਆ ਕੇ ਕਹਿ ਦਿੰਦੇ ਹਨ ਜੀ ਅਸੀਂ ਤਾਂ ਚੋਣ ਲਈ ਤਿਆਰ ਹੈ। ਸੋ ਇਹ ਜਿਹੜਾ ਇੱਕ ਭੰਬਲ ਭੂਸਾ ਪਾਇਆ ਜਾ ਰਿਹਾ, ਇਹ ਪਬਲਿਕ ਜਿਹੜੀ ਹੈ ਸਭ ਕੁਝ ਸਮਝ ਰਹੀ ਹੈ ਤੇ ਇਸੇ ਤੋਂ ਬਚਣ ਲਈ ਇਹ ਸਾਰੀ ਜਿਹੜੀਆਂ ਖੇਡਾਂ ਖੇਡੀਆਂ ਜਾ ਰਹੀਆਂ। ਮੈਨੂੰ ਨਹੀਂ ਲੱਗਦਾ ਕਿ ਚੋਣ ਜਿਹੜੀ ਹੈ ਨੀਅਰ ਫਿਊਚਰ ਦੇ ਵਿੱਚ ਹੋਏਗੀ। ਕਿ ਪਿਛਲੀ ਵਾਰੀ ਵੀ ਜਿਹੜੀਆਂ ਇਲੈਕਸ਼ਨਾਂ ਹੋਈਆਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਈ ਵਿਅਕਤੀ ਅਜਿਹੇ ਸੀ ਕਿ ਆਪਾਂ ਦਸਤਾਰ ਖੱਬੇ ਪਾਸੇ ਨੂੰ ਪਾਉਨੇ ਆ, ਲੇਕਿਨ ਉਹਨਾਂ ਨੇ 2-2 ਦਿਨ ਪਹਿਲਾਂ ਮਰ ਛਕਿਆ, ਉਹ ਭੁੱਲ ਕੇ ਸੱਜੇ ਪਾਸੇ ਨੂੰ ਕਿਰਪਾਨ ਪਾਈ ਫਿਰਨ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਵੱਲ ਵਿਸ਼ੇਸ਼ ਤੌਰ ਤੇ ਸੰਗਤ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਹੁਣ ਉਹ ਕਿਰਪਾਨ ਪਾਈ ਹੋਈ ਹੈ ਜਾਂ ਉਹ ਮੌਕੇ ਤੇ ਹੀ ਸਰਟੀਫਿਕੇਟ ਲੈ ਕੇ ਆਉਨੇ ਆ। ਸੋ ਇਹਨਾਂ ਨੂੰ ਵੀ ਮੇਰੀ ਬੇਨਤੀ ਹੈ, ਬਾਦਲ ਦਲ ਨੂੰ ਵੀ ਜੇ ਸਿੱਖੀ ਲਈ ਆਪਾਂ ਸੁਹਿਰਦਾਂ, ਪੰਥ ਲਈ ਸੁਹਿਰਦਾਂ, ਇਕੱਠੇ ਹੋ ਕੇ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰੀਏ ਜੀ। ਨਹੀਂ ਤਾਂ ਐਵੇਂ ਹੀ ਗੁਰੂ ਸਾਹਿਬ ਦੇ 7 ਸਾਲ ਹੋ ਗਏ ਬੇਅਦਬੀਆਂ ਹੁੰਦੇ ਆ, ਕੁਛ ਨਹੀਂ ਸੁਲਝਣਾ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲੰਮੇ ਇੰਤਜ਼ਾਰ ਦੇ ਬਾਅਦ ਗੁਰਦੁਆਰਾ ਕਮਿਸ਼ਨ ਵੱਲੋਂ ਇੱਕ ਪੱਤਰ ਕਹ ਲਓ ਸੁਨੇਹਾ ਆਇਆ ਕਿ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਏ। ਪੱਤਰ ਹੈ ਪੰਜਾਬ ਸਰਕਾਰ ਨੂੰ, ਪੰਜਾਬ ਦੇ ਅਧਿਕਾਰੀਆਂ ਨੂੰ। ਇਹ ਜ਼ਰੂਰ ਹੈ ਕਿ ਇਸ ਦੇ ਨਾਲ ਹੀ ਪੰਥਕ ਹਲਕਿਆਂ 'ਚ ਇੱਕ ਨਵੀਂ ਹਲਚਲ। ਇਹ ਵੀ ਸਵਾਲ ਲਿਆ ਜਾ ਰਿਹਾ ਹੈ ਕਿ ਜਿਹੜਾ ਪੱਤਰ ਹੈ ਉਹ ਕੇਵਲ ਪੰਜਾਬ ਨੂੰ ਆਇਆ ਹੈ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਜਨਰਲ ਚੋਣਾਂ ਦਾ ਅਧਿਕਾਰ ਖੇਤਰ ਹੈ ਉਹ ਯੂਟੀ ਹੈ, ਹਿਮਾਚਲ ਹੈ, ਹਰਿਆਣਾ ਹੈ। ਪਰ ਇਹ ਸੁਭਾਵਿਕ ਹੈ ਕਿ ਲੰਮੇ ਅਰਸੇ ਬਾਅਦ ਆਮ ਚੋਣਾਂ ਦਾ ਜਿਹੜੀਆਂ ਬਾਕੀ ਵੱਖ-ਵੱਖ ਪੰਥ ਧਿਰਾਂ ਉਹਨਾਂ ਵੱਲੋਂ ਇੰਤਜ਼ਾਰ ਸੀ। SGPC ਨੂੰ ਇਸ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਆਖਰ ਮੁਕੰਮਲ ਹੋਣ ਦੇ ਨਾਲ ਨਵੇਂ ਸਿੱਖ ਪੰਥਕ ਚਿਹਰਿਆਂ ਵੱਲੋਂ, ਸਿੱਖ ਹਲਕਿਆਂ ਵੱਲੋਂ ਨਵੀਂ ਜਿਹੜੀ ਚੁਣੀ ਹੋਈ ਲੀਡਰਸ਼ਿਪ ਉਹ ਮੁਹੱਈਆ ਹੋਵੇਗੀ। ਇਹ ਜ਼ਰੂਰ ਹੈ ਕਿ ਇਸ ਪ੍ਰਕਿਰਿਆ ਦੇ ਵਿੱਚ ਕੋਈ ਸਮਾਂ ਜ਼ਰੂਰ ਲੱਗਦਾ ਹੈ। ਇਹਨਾਂ ਮੁੱਦਿਆਂ ਦੇ ਪੈਨਲ ਚਰਚਾ ਜਿਹੜੇ ਮੇਰੇ ਨਾਲ ਮਹਿਮਾਨ ਇਸ ਵੇਲੇ ਜੁੜੇ ਹੈ, ਸਾਡੀ ਬੇਨਤੀ ਪ੍ਰਵਾਨ ਕਰਕੇ ਅਮਰਜੀਤ ਸਿੰਘ ਚਾਵਲਾ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਨੇ,
ਇਸੇ ਤਰੀਕੇ ਨਾਲ ਸਾਹ ਅਮਰਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ, ਭਾਈ ਜੋਗਾ ਸਿੰਘ ਚੱਪੜ ਜੀ ਪੰਥਕ ਅਕਾਲੀ ਲਹਿਰ ਦੇ ਆਗੂ, ਇੱਦਾਂ ਹੀ ਕੁਸ਼ਲਪਾਲ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਕਦਾਵਰ ਆਗੂ ਤੇ ਬੁਲਾਰੇ। ਸਾਰੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ ਹਾਂ। ਚਾਵਲਾ ਸਾਹਿਬ, ਪਹਿਲਾ ਸਵਾਲ ਬਣਦਾ ਵੀ ਤੁਹਾਡੇ ਕੋਲੋਂ, ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਗੁਰਦੁਆਰਾ ਕਮਿਸ਼ਨ ਜਿਹੜਾ ਪੱਤਰ ਆਇਆ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ, ਉਹਦੇ ਨਾਲ ਇੱਕ ਪੰਥਕ ਹਲਚਲ ਤਾਂ ਸ਼ੁਰੂ ਹੋਈ ਹੈ, ਕਿਵੇਂ ਦੇਖਦੇ ਹੋ ਕਮਿਸ਼ਨ ਦੇ ਸੁਨੇਹੇ ਨੂੰ? ਦੇਖੋ, ਇਹ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੀਆਂ ਚੋਣਾਂ ਦੀ ਅਗਲੇ ਨਵੇਂ ਹਾਊਸ ਦੇ ਲਈ ਬੜੀ ਦੇਰ ਦੀ ਇੰਤਜ਼ਾਰ ਹੋ ਰਹੀ ਸੀ ਤੇ ਇਹ ਬਹੁਤ, ਮੈਂ ਸਮਝਦਾ ਕਿ ਇੱਕ ਸਵਾਗਤ ਕਰਨ ਵਾਲਾ ਫੈਸਲਾ ਹੈ ਜੀ, ਕਿਉਂਕਿ ਜਿਹੜਾ ਸਾਡੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਨ ਵਿੱਚ ਦੇ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਸ਼ੁਭਾ ਪਾਏ ਜਾ ਰਹੇ ਆ, ਉਹਨਾਂ ਦਾ ਹੱਲ ਦਾ ਇੱਕੋ ਇੱਕ ਸਾਧਨ ਆ ਕਿ ਇਹ ਚੋਣਾਂ ਹੋਣੀਆਂ ਚਾਹੀਦੀਆਂ। ਇਹ ਚੋਣਾਂ ਹੋਣਗੀਆਂ, ਹਰ ਕਿਹੜੇ ਆਪੋ ਆਪਣੇ ਮੁੱਦੇ, ਆਪੋ ਆਪਣੀਆਂ ਗੱਲਾਂ ਸੰਗਤ ਵਿੱਚ ਰਹਿ ਕੇ ਜਾਣੀਆਂ ਤੇ ਉਸ ਤੋਂ ਬਾਅਦ ਜੋ ਸੰਗਤ ਫੈਸਲਾ ਕਰੇਗੀ ਉਸ ਮੁਤਾਬਕ ਨਵਾਂ ਹਾਊਸ ਜਿਹੜਾ ਉਹ ਹੋਂਦ ਵਿੱਚ ਆਵੇਗਾ। ਬਾਕੀ ਇਹ ਠੀਕ ਹੈ ਕਿ ਇਸ ਕਮਿਸ਼ਨ ਨੇ ਇਹ ਫੈਸਲਾ ਜਾਂ ਤਾਂ ਕਾਹਲੀ ਵਿੱਚ ਕੀਤਾ ਲੱਗਦਾ, ਕਿਉਂਕਿ ਉਹਨਾਂ ਨੇ ਕੇਵਲ ਪੰਜਾਬ ਦੇ ਚੀਫ ਸਕੱਤਰ ਨੂੰ ਅਤੇ ਹੋਰ ਅਧਿਕਾਰੀਆਂ ਨੂੰ ਜਿਹੜਾ ਆਪਣਾ ਇਹ ਪੱਤਰ ਲਿਖਿਆ, ਜਿੰਦੇ ਵਿੱਚ ਅਗਲੀਆਂ ਚੋਣਾਂ ਵਾਸਤੇ ਜਾਂ ਵੋਟਾਂ ਦੀ ਤਿਆਰੀ ਕਰਨ ਵਾਸਤੇ ਕਿਹਾ ਗਿਆ ਜੀ। ਉਸ ਤੋਂ ਬਾਅਦ ਵੋਟਾਂ ਦੇ ਪ੍ਰੋਸੈਸ ਤੋਂ ਬਾਅਦ ਜਿਹੜੀਆਂ ਚੋਣਾਂ ਦੀ ਜਿਹੜੀ ਤਰੀਕ ਆ ਫਿਕਸ ਹੋਏਗੀ। ਤੋਂ ਮੈਂ ਸਮਝਦਾ ਕਿ ਇੱਕ ਬਹੁਤ ਹੀ ਵਧੀਆ ਫੈਸਲਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਜਿੰਨੀ ਜਲਦੀ ਹੋ ਸਕਣ ਉਹ ਹੋਣੀਆਂ ਚਾਹੀਦੀਆਂ ਜੀ। ਚਲੋ ਜੀ, ਇੱਕ ਸਵਾਲ ਅਕਸਰ ਇਹ ਲਿਆ ਜਾਂਦਾ ਸੀ, ਕਿਹਾ ਜਾਂਦਾ ਸੀ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਜਨਰਲ ਹਾਊਸ ਹੈ 2011 ਤੋਂ ਬਾਅਦ ਟੈਕਨੀਕਲ ਤੌਰ ਤੇ ਫਿਰ ਇਸ ਦੀ ਟਰਮ ਅੱਗੇ ਐਕਸਟੈਂਡ ਹੋਈ, 16 ਆਇਆ ਤੇ ਹੁਣ 16 ਤੋਂ ਬਾਅਦ 23 ਆ ਗਿਆ। ਸਿੱਖ ਪੰਥ ਨੂੰ ਕਾਫੀ ਲੰਮਾ ਇੰਤਜ਼ਾਰ ਕਰਨਾ ਪਿਆ SGPC ਦੀਆਂ ਚੋਣਾਂ, ਕਿਉਂਕਿ ਅਕਸਰ ਅਸੀਂ ਮੀਡੀਆ ਜਾਂ ਆਪਣੇ ਪੱਤਰਕਾਰੀ ਦੀ ਭਾਸ਼ਾ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਲੀਮੈਂਟ ਦੀਆਂ ਮਿੰਨੀ ਚੋਣਾਂ ਆਖਦੇ ਹਾਂ। ਬਹੁਤ ਵੱਡਾ ਇਹ ਸਿਸਟਮ ਹੈ ਜਿਸ ਦੇ ਅਧੀਨ ਚੋਣਾਂ ਕਰਵਾਈਆਂ ਜਾਂਦੀਆਂ। ਜਦੋਂ ਇਹ ਸਿਸਟਮ ਦੇ ਵਿੱਚ ਦੇਰੀ ਹੁੰਦੀ ਹੈ, ਕਿਤੇ ਲੱਗਦਾ ਹੈ ਕਿ ਉਹਦੇ ਨਾਲ ਜਿਹੜੀਆਂ ਸਿੱਖ ਸੰਸਥਾਵਾਂ ਹੈ ਉਹਨਾਂ ਦੇ ਪ੍ਰਬੰਧ 'ਚ ਵੀ ਕਿਤੇ ਨਾ ਕਿਤੇ ਖਰਾਬੀਆਂ ਜਾਂ ਨਿਗਾਰ ਆਉਂਦੇ ਆ, ਕਿਉਂਕਿ ਇੱਕੋ ਸਿਸਟਮ ਲੰਬਾ ਸਮਾਂ ਜਦੋਂ ਚੱਲਦਾ ਰਹਿੰਦਾ ਤਾਂ ਉਹਦੇ 'ਚ ਨਵੀਂ ਰੂਹ ਫੂਕਣ ਦੀ ਵੀ ਜਾਣੀ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੁੰਦੀ ਹੈ। ਇਹ ਜਿਹੜੇ ਚੋਣਾਂ ਦਾ ਐਲਾਨ ਹੋਇਆ, ਲੱਗਦਾ ਹੈ ਕੋਈ ਵੀ ਜਿਹੜੀ ਲੀਡਰਸ਼ਿਪ ਆਏਗੀ ਉਸ ਨਵੀਂ ਚੋਣ ਨੂੰ, ਨਵੀਂ ਰੂਹ ਨੂੰ ਵੀ ਇੱਕ ਤਰ੍ਹਾਂ ਦੀ ਪ੍ਰਵਾਨਗੀ ਮਿਲੇਗੀ, ਇੱਕ ਤਾਜ਼ਾ ਸੁਨੇਹਾ ਜਾਏਗਾ ਸਿੱਖ ਪੰਥ ਦੇ ਅੰਦਰ। ਦੇਖੋ, ਜਿਹੜੀਆਂ ਚੋਣਾਂ ਦੇ ਬਾਰੇ ਬੜੇ ਦੇਰ ਤੋਂ ਚਰਚਾ ਚੱਲ ਰਹੀ ਹੈ ਕਿ ਹਾਊਸ ਦੀ ਚੋਣਾਂ ਨਹੀਂ ਹੋ ਰਹੀਆਂ ਜੀ, ਹੁਣ ਤਾਂ ਚਲੋ ਆਪਣੇ ਪੰਥ ਵਿੱਚ ਬੜੀ ਜ਼ਿਆਦਾ ਧੜੇਬਾਜ਼ੀ, ਬੜੀ ਗਰੁੱਪਬੰਦੀ, ਗੁੱਟਬੰਦੀ, ਬਹੁਤ ਕੁਝ ਬਣ ਚੁੱਕਾ ਹੈ। ਉਹਨਾਂ ਵਿੱਚ ਜ਼ਿਆਦਾ ਇਸ ਚੀਜ਼ ਨੂੰ ਮਤਲਬ ਜਗ੍ਹਾ ਦਾ ਰੌਲਾ ਦੇਖਣ ਨੂੰ ਮਿਲਿਆ ਜੀ, ਪਰੰਤੂ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਜਦੋਂ ਅਸੀਂ ਅਜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਚਲੋ 11 ਚ ਹੀ ਬਣਿਆ, ਉਸ ਤੋਂ ਪਹਿਲਾਂ ਵੀ 17 ਸਾਲ ਪਹਿਲਾਂ ਟੋੜਾ ਸਾਹਿਬ ਦੇ ਵੇਲੇ ਚੋਣਾਂ ਨਹੀਂ ਹੋਈਆਂ, ਉਸ ਤੋਂ ਪਹਿਲਾਂ ਹੋਰ ਵੀ ਕਾਫੀ ਲੰਬਾ ਸਮਾਂ ਚੋਣਾਂ ਨਹੀਂ ਹੁੰਦੀਆਂ ਰਹੀਆਂ ਤੇ ਇਸ ਵਾਰ ਵੀ ਇਹ ਚੋਣਾਂ ਦਾ ਕਾਰਨ ਕੋਈ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਇੱਕ ਵਿਅਕਤੀ ਨੇ ਜਿਹੜੀ ਉਹ ਰਿਟ ਪਾਈ ਸੀ ਆਪਣੀ ਸਹਿਜਧਾਰੀ ਸਿੱਖਾਂ ਵਾਲੀ, ਉਹਨਾਂ ਨੂੰ ਚੋਣ ਦਾ ਅਧਿਕਾਰ ਹੋਣਾ ਚਾਹੀਦਾ। ਮੈਂ ਸਮਝਦਾ ਕਿ ਉਹ ਬੜੀ ਵੱਡੀ ਪੰਥ ਨੇ ਇੱਕ ਜਿੱਤ ਪ੍ਰਾਪਤ ਕੀਤੀ ਹੈ ਕਿ ਜਿਹੜੇ ਸਹਿਜਧਾਰੀ ਸਿੱਖਾਂ ਦੀ ਫਿਰ ਮੁੜ ਕੇ ਡੈਫੀਨੇਸ਼ਨ ਔਖੀ ਹੋ ਜਾਣੀ ਸੀ ਕਿ ਕਿਹੜੇ ਸਹਿਜਧਾਰੀ, ਜਿਨ੍ਹਾਂ ਨੇ ਕੇਸ ਹੀ ਨਹੀਂ ਰੱਖੇ ਤੇ ਉਹ ਸਹਿਜਧਾਰੀ ਬਣ ਕੇ ਤੇ ਕਹਿੰਦੇ ਅਸੀਂ ਵੋਟਾਂ ਪਾ ਲਈਏ, ਫਿਰ ਤਾਂ ਕਰੋੜਾਂ ਦੀ ਗਿਣਤੀ 'ਚ ਵੋਟਰ ਬੰਦੂ ਤਿਆਰ ਹੋ ਜਾਣੇ ਸੀ ਹਿੰਦੁਸਤਾਨ ਦੇ। ਬਿਲਕੁਲ, ਹੁਣ ਤਾਂ ਗੁਰਦੁਆਰਾ ਕਮਿਸ਼ਨ ਦਾ ਜਿਹੜਾ ਪੱਤਰ ਹੈ ਉਹਨੇ ਸਾਫ਼ ਕਰਤੀ ਹੈ ਗੱਲ, ਬਿਲਕੁਲ ਜੋ ਤੁਸੀਂ ਠੀਕ ਫਰਮਾ ਰਹੇ ਹੋ ਜੀ। ਤੇ ਉਹਦੇ 'ਚ ਬੜੀ ਵੱਡੀ ਇੱਕ ਸੰਘਰਸ਼ ਲੜਨਾ ਪਿਆ ਮੌਕੇ ਉੱਤੇ ਜਦੋਂ ਹਾਈ ਕੋਰਟ ਨੇ, ਪੰਜਾਬ ਦੇ ਹਾਈ ਕੋਰਟ ਨੇ ਫੈਸਲਾ ਕਰਤਾ ਸੀ
ਉਸ ਰਾਣੂ ਦੀ ਜਿਹੜੀ ਰਿਟ ਦੇ ਉੱਤੇ ਉਸ ਵੇਲੇ ਬੜਾ ਵੱਡਾ ਸੰਘਰਸ਼ ਮੁੜ ਕੇ ਕਰਨਾ ਪਿਆ। ਮੈਂ ਸਮਝਦਾ ਕਿ ਉਸ ਵੇਲੇ ਅਕਾਲੀ ਲੀਡਰਸ਼ਿਪ ਨੇ ਬੜੀ ਸਿਆਣਪ ਤੋਂ ਵੀ ਕੰਮ ਲਿਆ ਤੇ ਬੜੀ ਮਿਹਨਤ ਤੋਂ ਵੀ ਪਾਰਲੀਮੈਂਟ ਦੇ ਵਿੱਚ ਸਾਰੀਆਂ ਧਿਰਾਂ ਨੂੰ ਸਹਿਮਤ ਕਰਕੇ ਕਿ ਇਹਦੇ ਉੱਤੇ ਕੋਈ ਵੋਟਿੰਗ ਨਾ ਹੋਵੇ। ਸਾਰੀਆਂ ਧਿਰਾਂ ਸਹਿਮਤ ਹੋਣੀਆਂ ਚਾਹੀਦੀਆਂ ਕਿ ਸਿੱਖਾਂ ਦਾ ਅਧਿਕਾਰ ਸਿੱਖਾਂ ਨੂੰ ਮਿਲਣਾ ਚਾਹੀਦਾ। ਉਹਨੇ ਸਿੱਖਾਂ ਦਾ ਅਧਿਕਾਰ ਪ੍ਰਾਪਤ ਕੀਤਾ ਔਰ ਉਹ ਜਿਹੜੀ ਸਹਿਜਧਾਰੀ ਵੋਟ ਦਾ ਮਸਲਾ ਸੀ ਉਹ ਸਮਾਪਤ ਹੋਇਆ ਤੇ 16 ਵਿੱਚ ਜਾ ਕੇ ਇਹ ਜਿਹੜਾ ਹਾਊਸ ਹੈ ਇਹਨੂੰ ਰੈਕੋਗਨੀਸ਼ਨ ਮਿਲੀ। ਸਾਡੇ ਕੋਲੇ ਜਿੱਤ ਦੇ ਸਰਟੀਫਿਕੇਟ ਜ਼ਰੂਰ ਸਨ, ਕਮਿਸ਼ਨ ਨੇ ਜਿਹੜਾ ਉਹ ਸਾਡਾ ਪ੍ਰੈਜ਼ਾਈਡਿੰਗ ਅਫਸਰ ਸੀ ਸਾਨੂੰ ਉਹਨੇ ਦਿੱਤੇ ਸੀ, ਲੇਕਿਨ ਸਾਨੂੰ ਰੈਕੋਗਨੀਸ਼ਨ 2016 ਵਿੱਚ ਮਿਲੀ। 2016 ਵਿੱਚ ਦੁਬਾਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਆ ਕੇ ਚੋਣ ਕਰਾਈ ਅਤੇ ਉਹ ਚੋਣ ਜਿਹੜੀ ਆ ਉਦੋਂ ਤੋਂ 2016 ਤੋਂ ਨਵੰਬਰ 16 ਤੋਂ ਇਹ ਜਿਹੜਾ ਬਿਲਕੁਲ ਟੈਕਨੀਕਲ ਜੀ ਟੈਕਨੀਕਲ ਤੌਰ ਤੇ ਕਈ ਮੁਸ਼ਕਲਾਂ ਸੀ, ਉਸ ਮੁਸ਼ਕਲਾਂ ਨੂੰ ਪਾਰ ਕਰਕੇ ਹੀ ਹੁਣ ਆਪਾਂ ਜਨਰਲ ਇਲੈਕਸ਼ਨ ਵੱਲ ਵੱਧ ਰਹੇ ਹਾਂ। ਜਿੱਦਾਂ ਤੁਸੀਂ ਕਹਿ ਰਹੇ ਹੋ, ਚਾਲੇ ਤੁਸੀਂ ਬਣੇ ਹੋ ਇਸ ਮੁੱਦੇ ਤੇ ਫੇਰ ਆਉਂਦੇ ਆਪਾਂ ਤੁਹਾਡੇ ਵੱਲ। ਸਾਡੇ ਨਾਲ ਭਾਈ ਜੋਗਾ ਸਿੰਘ ਜੀ ਬਣੇ। ਭਾਈ ਜੋਗਾ ਸਿੰਘ ਜੀ, ਗੁਰਦੁਆਰਾ ਕਮਿਸ਼ਨ ਵੱਲੋਂ ਜਿਹੜਾ ਪੱਤਰ ਆਇਆ ਚੋਣਾਂ ਕਰਵਾਉਣ 'ਚ ਵੋਟਰਾਂ ਦੀ ਸਦਾਈ ਨੂੰ ਲੈ ਕੇ ਕਿਵੇਂ ਦੇਖਦੇ ਹੋ? ਕਾਫੀ ਤਕੜੀ ਹਾਲਚਾਲ ਜਿਹੜੀ ਹੈਗੀ ਹੈ ਸਿੱਖ ਪੰਥ ਦੇ ਅੰਦਰ ਆਪਣੀਆਂ ਆਮ ਚੋਣਾਂ ਨੂੰ ਲੈ ਕੇ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ, ਕਿਉਂਕਿ ਕਾਫੀ ਲੰਬਾ ਇੰਤਜ਼ਾਰ ਕਰਨਾ ਪਿਆ ਇਸ ਮੌਕੇ ਦੇ ਲਈ ਕਿ ਆਖਰ ਕਦੋਂ ਹੋਣਗੀਆਂ ਐਸਜੀਪੀਸੀ ਦੀਆਂ ਆਮ ਚੋਣਾਂ। ਦੇਖੋ ਜੀ, ਇਹ ਬਹੁਤ ਸਵਾਗਤਯੋਗ ਕਦਮ ਹੈ ਕਿਉਂਕਿ ਅਸੀਂ ਤਾਂ ਬੜੇ ਲੰਬੇ ਸਮੇਂ ਤੋਂ ਇਸ ਗੱਲ ਦੀ ਮੰਗ ਕਰ ਰਹੇ ਸੀ। ਸਮੁੱਚੇ ਵਰਲਡ ਵਿੱਚ ਬੈਠੇ ਸਿੱਖ ਇਸ ਗੱਲ ਦੀ ਮੰਗ ਕਰ ਰਹੇ ਸੀ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਮਿੱਥੇ ਸਮੇਂ ਤੇ ਹੋਵੇ, ਕਿਉਂਕਿ ਹਰ ਜਿਹੜੀ ਇਲੈਕਸ਼ਨ ਹੈ ਉਹ ਇੱਕ ਦਿਨ ਵੀ ਲੇਟ ਨਹੀਂ ਹੁੰਦੀ, ਭਾਵੇਂ ਉਹ ਕਿਸੇ ਪੰਚੀ ਦੀ ਹੈ ਸਰਪੰਚੀ ਦੀ ਹੈ। ਲੇਕਿਨ ਸ਼੍ਰੋਮਣੀ ਕਮੇਟੀ ਦੀ ਚੋਣ ਹੈ ਜਿਹੜੀ ਉਹ ਇੱਕ ਧਿਰ ਨੂੰ ਕਾਬਜ਼ ਰੱਖਣ ਦੇ ਲਈ ਲਗਾਤਾਰ ਉਹਨੂੰ ਡਿਲੇ ਕੀਤਾ ਗਿਆ, ਭਾਵੇਂ ਕੋਈ ਵੀ ਸਿਸਟਮ ਅਪਣਾਇਆ ਗਿਆ। ਸੋ ਮੈਂ ਸਮਝਦਾ ਕਿ ਜੋ ਹੁਣ ਕੱਲ ਦਾ ਜਿਹੜਾ ਲੈਟਰ ਇਹ ਸਾਰੋਂ ਸਾਹਿਬ ਨੇ ਕੱਢਿਆ ਇਹ ਸ਼ਲਾਘਾਯੋਗ ਹੈ ਤੇ ਇਹਦੇ ਵਿੱਚ ਅਸੀਂ ਸਾਰੇ ਪਿੰਡ ਜਾ ਕੇ ਲੋਕਾਂ ਨੂੰ ਸੁਨੇਹਾ ਵੀ ਦਵਾਂਗੇ ਤੇ ਅਸੀਂ ਕਹਾਂਗੇ ਵੀ ਕਿ ਭਾਈ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਦੇ ਵਿੱਚ ਸੁਧਾਰ ਲਿਆਉਣਾ ਚਾਹੁੰਦੇ ਹੋ, ਜੇਕਰ ਸੱਚੇ ਸੁਹਿਰਦ ਸਿੱਖਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਸੰਭਾਲਣਾ ਚਾਹੁੰਦੇ ਹੋ ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਜੋ ਪਹਿਲ ਤਾਂ ਕਰਨ ਵਾਲੀ ਹੈ ਉਹ ਇਹੀ ਹੈ ਕਿ ਤੁਸੀਂ ਆਪਣੀਆਂ ਵੋਟਾਂ ਬਣਾਓ। ਜੇਕਰ ਤੁਸੀਂ ਵੋਟਾਂ ਹੀ ਨਹੀਂ ਬਣਾਓਗੇ ਤਾਂ ਤੁਸੀਂ ਵੋਟਰ ਕਿਵੇਂ ਬਣੋਗੇ? ਜੇ ਵੋਟਰ ਨਹੀਂ ਬਣੋਗੇ ਤਾਂ ਤੁਸੀਂ ਆਪਣੇ ਪਸੰਦ ਦਾ ਜੋ ਅਸਲ ਸਿੱਖ ਹੈ ਜਿਹਦਾ ਕਿਰਦਾਰ ਚੰਗਾ ਹੈ ਤਾਂ ਤੁਸੀਂ ਉਹਨੂੰ ਮੈਂਬਰ ਕਿਵੇਂ ਬਣਾਓਗੇ? ਜੇ ਅਸਲ ਸਿੱਖੀ ਦੇ ਨਾਲ ਪਿਆਰ ਕਰਨ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਾਏਗਾ ਤਾਂ ਹੀ ਜੋ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਨਿਘਾਰ ਆਇਆ ਹੈ ਉਹਨੂੰ ਸਹੀ ਢੰਗ ਦੇ ਨਾਲ ਅੱਗੇ ਸੁਹਿਰਦਤਾ ਦੇ ਨਾਲ ਲਿਜਾਇਆ ਜਾਏਗਾ। ਸੋ ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗਾ, ਤੁਸੀਂ ਪ੍ਰਬੰਧ ਦੇ ਨਿਘਾਰ ਦੀ ਗੱਲ ਕਰਦੇ ਹੋ, ਜਿਹੜਾ ਪਰ ਮੌਜੂਦਾ ਲੀਡਰਸ਼ਿਪ ਹੈ ਉਹ ਕਹਿੰਦੇ ਅਸੀਂ ਤਾਂ ਚੋਣਾਂ ਕਰਾਉਣੀਆਂ ਚਾਹੁੰਦੇ ਸੀ, ਟੈਕਨੀਕਲ ਵਜ੍ਹਾ ਕਰਕੇ ਜਿਹੜਾ ਹੈਗਾ 23 ਚ ਚੋਣਾਂ ਦੀ ਜਿਹੜੀ ਗੱਲ ਹੁਣ ਕੀਤੀ ਜਾ ਰਹੀ ਹੈ, ਲੀਡਰਸ਼ਿਪ ਕਰਕੇ ਚੋਣਾਂ ਨਹੀਂ ਰੋਕੀਆਂ ਗਈਆਂ, ਇਸ ਕਰਕੇ ਜੇ ਸੁਧਾਰ ਜਾਂ ਖੁਨਾਮੀਆਂ ਆਈਆਂ ਉਹ ਖੁਨਾਮੀਆਂ ਕਹਿੰਦੇ ਸਾਡੀ ਵਜ੍ਹਾ ਕਰਕੇ ਨਹੀਂ ਆਈਆਂ। ਬਹੁਤ ਵਾਰੀ ਅਜਿਹਾ ਹੋਇਆ ਜੀ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲਦੇ ਸੀ ਤਾਂ ਉਹਨਾਂ ਕੇਸਾਂ ਦੇ ਵਿੱਚ ਵੀ ਪੈਰਵੀ ਸਹੀ ਢੰਗ ਦੇ ਨਾਲ ਨਹੀਂ ਕੀਤੀ ਗਈ। ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ, ਜੋ ਬੀਤ ਗਿਆ ਉਸ ਪਾਸੇ ਵੱਲ ਨਹੀਂ ਜਾਣਾ ਚਾਹੁੰਦੇ, ਲੇਕਿਨ ਅੱਜ ਜੇ ਸਾਡੇ ਕੋਲ ਇੱਕ ਓਪਰਚੁਨਿਟੀ ਆਈ ਹੈ, ਲੇਕਿਨ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਅੱਗੇ ਤੋਂ ਕੋਈ ਅਜਿਹਾ ਬਿੱਲ ਪਾਸ ਹੋਵੇ, ਪਾਰਲੀਮੈਂਟ ਦੇ ਜਿਹੜੇ ਸਾਡੇ ਮੈਂਬਰ ਹੈ ਜਿਹੜੇ ਸਿੱਖੀ ਦੇ ਨਾਲ ਪਿਆਰ ਕਰਨ ਵਾਲੇ ਆ ਉਹ ਇੱਕ ਅਜਿਹਾ ਮਤਾ ਪਾਰਲੀਮੈਂਟ ਦੇ ਵਿੱਚ ਪਾਸ ਕਰਾਉਣ ਕਿ ਸ਼੍ਰੋਮਣੀ ਕਮੇਟੀ ਦੀ ਚੋਣ ਹਰ 5 ਸਾਲ ਬਾਅਦ ਹੋਵੇ, ਭਾਵੇਂ ਉਹਦੇ ਉੱਤੇ ਕੋਈ ਵੀ ਇੱਕ ਧੜਾ ਕਾਬਜ਼ ਹੋਵੇ, ਕਿਉਂਕਿ ਕਬਜ਼ੇ ਵਾਲੀ ਗੱਲ ਨਹੀਂ ਹੈ, ਬਿਲਕੁਲ ਮੌਕਾ ਮਿਲਣਾ ਚਾਹੀਦਾ। ਜੀ ਥੈਂਕ ਯੂ ਵੈਰੀ ਮਚ। ਮਾਨ ਸਾਹਿਬ, ਇਸੇ ਮੁੱਦੇ ਤੇ ਸਵਾਲ ਤੁਹਾਡੇ ਤੋਂ ਲਵਾਂਗਾ। ਐਸਜੀਪੀਸੀ ਦੀਆਂ ਆਮ ਚੋਣਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਮਿਸ਼ਨਰ ਹੈਗੇ ਆ, ਚੋਣ ਕਮਿਸ਼ਨ, ਉਹਨਾਂ ਵੱਲੋਂ ਪੱਤਰ ਜਾਰੀ ਕੀਤਾ ਗਿਆ, ਕਿਵੇਂ ਦੇਖਦੇ ਹੋ ਇਸ ਮੌਕੇ ਨੂੰ, ਜਿਹੜਾ ਸਾਰਿਆਂ ਮਹਿਮਾਨਾਂ ਵੱਲੋਂ ਵੀ ਕਿਹਾ ਜਾ ਕਿ ਲੰਮੀ ਇੰਤਜ਼ਾਰ ਬਾਅਦ ਆ ਰਿਹਾ ਹੈ ਮੌਕਾ, ਕਿ ਇਹ ਪ੍ਰਬੰਧਿਤ ਸੁਧਾਰ ਵੱਲ ਇੱਕ ਵਧੀਆ ਚੰਗਾ ਕਦਮ ਹੋਏਗਾ ਅੱਗੇ ਨੂੰ? ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ ਜਿਸ ਪੜਾਅ ਤੇ ਹੁਣ ਆ ਕੇ ਇਲੈਕਸ਼ਨ ਵੱਲ ਅੱਗੇ ਵਧ ਰਿਹਾ ਸਿੱਖ ਪੰਥ? ਮਾਨ ਸਾਹਿਬ। ਹਾਂਜੀ ਸਿੱਧੂ ਸਾਹਿਬ, ਜਿਸ ਤਰ੍ਹਾਂ ਤੁਸੀਂ ਲੋਕਾਂ ਨੇ ਕਿਹਾ ਹੈ ਭਈ ਇਹ ਕਹਿੰਦੇ ਇਟਸ ਟੂ ਲਿਟਲ ਟੂ ਲੇਟ,
ਭਈ ਇੱਕ ਤਾਂ ਜਿਹੜੀ ਲੈਟਰ ਹੈ ਉਹੀ ਇਨਕੰਪਲੀਟ ਹੈ ਜੀ। ਇਹਦੀ ਜੂਰਿਸਡਿਕਸ਼ਨ ਜਿਹੜੀ ਹੈਗੀ ਹੈ ਉਹ ਕਵਰ ਨਹੀਂ ਕੀਤੀਆਂ ਬਾਕੀ ਗਵਰਨਮੈਂਟਸ। ਉਸ ਤੋਂ ਬਾਅਦ ਕੋਈ ਟਾਈਮ ਫਰੇਮ ਨਹੀਂ ਦਿੱਤਾ। ਇਹ ਤਾਂ ਗਵਰਨਮੈਂਟ ਨੂੰ ਕਿਹਾ ਜੀ ਕਰ ਦਿਓ, ਨਾ ਕੋਈ ਨੋਟੀਫਿਕੇਸ਼ਨ ਹੋਈ ਹੈ। ਹੁਣ ਅਗਲੇ 1 ਸਾਲ ਦਾ ਜਿਹੜਾ ਇਲੈਕਸ਼ਨ ਸਕੇਜੂਲ ਹੈ ਗਵਰਨਮੈਂਟ ਦਾ, ਉਹਦੇ ਵਿੱਚ ਲੋਕਲ ਬਾਡੀਜ਼ ਦੀਆਂ ਇਲੈਕਸ਼ਨਸ ਹੈ ਇਸ ਸਾਲ ਦੇ ਐਂਡ ਵਿੱਚ। ਫਿਰ ਸਾਲ ਦੇ ਸ਼ੁਰੂ 'ਚ ਨੋਟੀਫਿਕੇਸ਼ਨ ਆ ਜਾਣੀ ਪਾਰਲੀਮੈਂਟਰੀ ਇਲੈਕਸ਼ਨਸ ਦੀ। ਜਾਂ ਤਾਂ ਇਹਨੂੰ ਟਾਈਮ ਬਾਉਂਡ ਕਰਕੇ ਕਰਨ, ਜਾਂ ਇਸੇ ਗੱਲ 'ਚ ਹੀ ਗਵਰਨਮੈਂਟ ਨੇ ਸਾਲ ਡੇਟ ਕੱਢ ਦੇਣਾ ਹੈ, ਤਾਂ ਫਿਰ ਤਾਂ ਮੁਸ਼ਕਿਲ ਹੋ ਜੂ ਨਾ ਜੀ। ਤੁਹਾਨੂੰ ਲੱਗਦਾ ਕਿ ਟਾਈਮ ਫਰੇਮ ਹੋਣਾ ਚਾਹੀਦਾ ਹੈ ਕਿ ਇੰਨੇ ਸਮੇਂ 'ਚ ਇਲੈਕਸ਼ਨ ਕਰਵਾਈਆਂ ਜਾਣ, ਇਹ Time ਨਾ ਹੋਵੇ frame ਵੀ ਹੈ, ਕਿ ਪਹਿਲਾਂ ਦੀ ਤਰ੍ਹਾਂ ਨਾਲੇ ਇੱਦਾਂ ਲਾਰਾ ਲਾ ਕੇ ਫਿਰ ਟਾਈਮ ਲੰਘਾਇਆ ਜਾਵੇ। ਹਾਂਜੀ ਜੀ। The letter has to go to the Himachal government. The letter has to go to the Union Territory of Chandigarh. ਤੇ ਹਰਿਆਣੇ ਦਾ, ਹੁਣ ਹਰਿਆਣੇ ਦਾ ਆਪਣਾ ਸਾਡਾ ਰੌਲਾ ਪਿਆ ਹੋਇਆ ਹਰਿਆਣਾ ਕਮੇਟੀ ਦਾ। ਔਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੌਜੂਦਾ ਨਿਜ਼ਾਮ ਹੈ, ਉਹਨੇ ਸੁਪਰੀਮ ਕੋਰਟ ਦਾ ਜਿਹੜੀ ਡੀਬੀ ਦੀ ਜੱਜਮੈਂਟ ਹੈ ਔਨ ਹਰਿਆਣਾ ਕਮੇਟੀ, ਉਹਦੀ ਹਾਲੇ ਰਿਵਿਊ ਦਾ ਵੀ ਕੁਝ ਨਹੀਂ ਬਣਿਆ। ਸੋ ਤਾਂ ਹੀ ਮੈਂ ਕਿਹਾ ਨਾ ਵੀ ਇਹ ਬਹੁਤ ਲੇਟ ਹੈ ਔਰ ਬਹੁਤ ਥੋੜਾ ਹੈ। ਕੀਮਾ ਸਾਹਿਬ, ਇੱਕ ਸਵਾਲ ਜਿਹੜਾ ਤੁਹਾਨੂੰ ਲੱਗਦਾ ਕਿ ਜਦੋਂ ਹਰਿਆਣਾ ਵੱਖਰੀ ਕਮੇਟੀ ਬਣ ਗਈ ਹੈ ਕਿ ਉੱਥੇ ਕੋਈ ਟੈਕਨੀਕਲ ਤੌਰ ਤੇ, ਲੀਗਲ ਤੌਰ ਤੇ ਅੜਚਣ ਆ ਸਕਦੀ ਹੈ? ਤੁਸੀਂ ਜ਼ਿਕਰ ਕਰ ਰਹੇ ਹੋ ਹਰਿਆਣਾ ਦਾ। ਮੈਨੂੰ ਪੁੱਛ ਰਹੇ ਹੋ ਜੀ? ਮਾਨ ਸਾਹਿਬ ਤੁਹਾਨੂੰ ਪੁੱਛ ਰਹੇ ਹਾਂ। ਤੁਸੀਂ ਕਿਹਾ ਹੈ ਕਿ ਵੀ ਹਰਿਆਣਾ ਦੇ ਵਿੱਚ ਜਿਹੜਾ ਬਿਲਕੁਲ ਬਿਲਕੁਲ ਜੀ, ਬਿਲਕੁਲ। ਇਹ ਹਾਂਜੀ, ਇਹ ਇੱਕ ਨਵਾਂ ਅੜਿੱਕਾ ਆਉਣਾ ਹੈ ਜੀ। ਓਕੇ, ਚਲੋ ਮੈਂ ਫਿਰ ਦੁਬਾਰਾ ਆਣਾ ਜੀ, ਵਾਪਸ ਆਨੇ ਮਾਨ ਸਾਹਿਬ ਤੁਹਾਡੇ ਵੱਲ। ਹਾਂਜੀ, ਥੈਂਕ ਯੂ ਵੈਰੀ ਮਚ ਅਮਰਿੰਦਰ ਜੀ। ਇਸੇ ਮੁੱਦੇ ਨੂੰ ਲੈ ਕੇ, ਮੁੱਦਾ ਬਹੁਤ ਵੱਡਾ ਹੈ ਕਿਉਂਕਿ ਲੰਬੀ ਇੰਤਜ਼ਾਰ ਬਾਅਦ ਸਿੱਖ ਪੰਥ ਦੇ ਲਈ ਗੁਰਦੁਆਰਾ ਕਮਿਸ਼ਨ ਵੱਲੋਂ ਇੱਕ ਸੁਨੇਹਾ ਕਿ ਵੋਟਾਂ ਦੀ ਸਦਾਈ ਕਮ ਸੇ ਕਮ ਇੱਕ ਸੁਨੇਹਾ ਗਿਆ ਕਿ ਐਸਜੀਪੀਸੀ ਦੀਆਂ ਆਮ ਚੋਣਾਂ ਦੇ ਲਈ ਪ੍ਰਕਿਰਿਆ ਸ਼ੁਰੂ ਹੋਣ ਲੱਗੀ ਹੈ। ਕਿਵੇਂ ਦੇਖਦੇ ਹੋ ਇਸ ਮੁੱਦੇ 'ਤੇ? ਕਿਉਂਕਿ ਵੱਖਰੇ ਵੱਖਰੇ ਤੌਰ 'ਤੇ ਇੱਕ ਹਲਚਲ ਵੀ ਨਜ਼ਰ ਆ ਰਹੀ ਹੈ ਪੰਥਕ ਹਲਕਿਆਂ ਦੇ ਅੰਦਰ। ਸਿੱਧੂ ਸਾਹਿਬ, ਮੈਂ ਇਹਦੇ ਵਿੱਚ ਕੋਈ ਖੁਸ਼ੀ ਵਾਲੀ ਗੱਲ ਨਹੀਂ ਦੇਖਦਾ ਜੀ। ਮੈਂ ਇਸ ਨੂੰ ਇਸ ਤਰੀਕੇ ਨਾਲ ਦੇਖਦਾ ਜਿਵੇਂ ਕਿਸਾਨ ਮੋਰਚਾ ਲੱਗਿਆ 1 ਸਾਲ ਤੋਂ, ਕਿਸਾਨ ਜਿਹੜੇ ਆ ਦਿੱਲੀ ਦੀ ਬਰੂਹਾਂ ਤੇ ਬੈਠੇ ਰਹੇ ਤੇ ਉਹਨਾਂ ਨੂੰ ਚਕਮਾ ਜਾ ਦੇ ਕੇ, ਝਕਾਨੀ ਜੀ ਦੇ ਕੇ ਵਾਪਸ ਭੇਜਤਾ ਤੇ ਉਹ ਅਜੇ ਵੀ ਜਿਹੜੇ ਉਹ ਮਤਲਬ ਡਿਸਗਰੰਟਲਡ ਹੈਗੇ ਆ, ਉਹ ਸੈਟੀਸਫਾਈਡ ਨਹੀਂ ਹੈ ਤੇ ਉਹ ਕਹਿ ਰਹੇ ਜੀ ਸਾਡੇ ਨਾਲ ਤਾਂ ਕੀ ਕਰਤਾ ਇਹਨਾਂ ਨੇ ਸਮਝ ਨਹੀਂ ਲੱਗਿਆ। ਇਸੇ ਤਰੀਕੇ ਦੇ ਨਾਲ ਆ ਜਿਹੜੀ ਇੱਕ ਇਹਨਾਂ ਨੇ ਚਿੱਠੀ ਕੱਢੀ ਹੈ ਉਹਦੇ ਵਿੱਚ ਵੀ ਸਿੱਖਾਂ ਨੂੰ 20 ਦਿਨਾਂ ਬਾਅਦ ਸਮਝ ਨਹੀਂ ਲੱਗਣਾ ਵੀ ਇਹ ਹੋਇਆ ਕੀ, ਇਹਨਾਂ ਨੇ ਕੀਤਾ ਕੀ ਹੈ, ਕਿਉਂਕਿ ਇਹਦੇ 'ਚ ਕੀਤਾ ਉਹਨਾਂ ਨੇ ਕੁਝ ਵੀ ਨਹੀਂ ਹੈ। ਕੋਈ ਉਹਨਾਂ ਨੇ ਨੋਟੀਫਾਈ ਨਹੀਂ ਕੀਤਾ, ਕੋਈ ਉਹਨਾਂ ਨੇ ਲੈਟਰ ਜਿਹੜੀ ਹੈ ਸਾਰੇ ਧਿਰਾਂ ਨੂੰ ਨਹੀਂ ਕੀਤੀ। ਤੇ ਕੀ ਉਹਨਾਂ ਨੇ ਕੀਤੀ ਹੈ, ਪੰਜਾਬ ਗਵਰਨਮੈਂਟ ਨੂੰ ਕੀ ਕਿਹਾ ਉਹਨਾਂ ਨੇ ਕਿ ਵੋਟਰਾਂ ਦੀ ਸੁਧਾਈ ਕਰੋ। ਸੁਧਾਈ ਤਾਂ ਉਹਦੀ ਕੀਤੀ ਜਾਂਦੀ ਹੈ ਜਿਹੜੀ ਵੋਟ ਬਣੀ ਹੋਈ ਹੋਵੇ, ਤੇ ਅਜੇ ਤਾਂ ਵੋਟ ਬਣਨੀ ਹੈ। ਜਦੋਂ ਕਿ ਜਿਹੜਾ ਟੈਕਨੀਕਲੀ ਜਿਹੜਾ ਪੁਆਇੰਟ ਹੈਗਾ ਐਸਜੀਪੀਸੀ ਦੀ ਚੋਣ ਦੇ ਲਈ ਵੋਟਾਂ ਬਣਾਈਆਂ ਜਾਂਦੀਆਂ ਤੇ ਸੁਧਾਈ ਦਾ ਟਾਈਮ ਤਾਂ ਫਿਰ ਉਦੋਂ 15 ਦਿਨ ਬਾਅਦ ਦਿੱਤਾ ਜਾਂਦਾ। ਕਿਸੇ ਨੂੰ ਕੋਈ ਆਬਜੈਕਸ਼ਨ ਹੈ ਤਾਂ ਉਹ ਆਬਜੈਕਸ਼ਨ ਰੇਜ਼ ਕਰੇ। ਅਜੇ ਤਾਂ ਵੋਟਾਂ ਬਣੀਆਂ ਹੀ ਨਹੀਂ ਹੈ, ਵੋਟਾਂ ਤਾਂ ਬਣਾਉਣ ਦਾ ਹੁਕਮ ਅਜੇ ਹੋਇਆ ਹੀ ਨਹੀਂ ਹੈ, ਨੋਟੀਫਿਕੇਸ਼ਨ ਹੋਇਆ ਨਹੀਂ ਹੈ। ਨੋਟੀਫਿਕੇਸ਼ਨ ਹੋਏਗਾ, ਵੋਟਾਂ ਲੋਕੀ ਜਾ ਕੇ ਬਣਾਉਣਗੇ, ਆਪਣੀਆਂ ਫਾਰਮ ਭਰ ਕੇ ਦੇਣਗੇ, ਵੋਟਾਂ ਬਣਨਗੀਆਂ, ਉਸ ਤੋਂ ਬਾਅਦ ਆਬਜੈਕਸ਼ਨ ਆਉਣਗੇ। ਤੇ ਅਜੇ ਤਾਂ ਉਹ ਹੋਇਆ ਹੀ ਨਹੀਂ ਤੇ ਇਹਨਾਂ ਨੇ ਪਹਿਲਾਂ ਜਿਹੜੀ ਚਿੱਠੀ ਕੱਢਤੀ ਹੈ ਸੁਧਾਈ ਦੀ। ਤੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਤਲਬ ਇਹ ਚੱਲ ਰਿਹਾ ਹੈ, ਕੀ ਇਹਦਾ ਕੀਤਾ ਕੀ ਜਾ ਰਿਹਾ ਸਮਝ ਤੋਂ ਬਾਹਰ ਹੈ। ਤੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਚੋਣਾਂ ਵੱਲ ਕੋਈ ਮਤਲਬ ਕਦਮ ਅੱਗੇ ਵਧਾਇਆ ਉਹਨਾਂ ਨੇ ਸਿਰਫ ਇੱਕ ਐਵੇਂ ਹਵਾ 'ਚ ਤੀਰ ਛੱਡਤਾ ਮੇਰੇ ਹਿਸਾਬ ਦੇ ਨਾਲ। ਤੇ ਜਿਹੜੀ ਗੱਲ ਚਾਵਲਾ ਸਾਹਿਬ ਕਹਿ ਰਹੇ ਕਿ ਅਸੀਂ ਵੈਲਕਮ ਕਰ ਰਹੇ ਹਾਂ, ਵੈਲਕਮ ਤਾਂ ਇਹਨਾਂ ਦਾ ਅਸੀਂ ਤਾਂ ਮੰਨੀਏ ਹਾਊਸ ਦੇ ਵਿੱਚ ਮਤਾ ਲੈ ਕੇ ਆਣ ਕਿ ਸਾਡੀ ਟਰਮ ਪੂਰੀ ਹੋ ਗਈ ਹੈ ਜਨਾਬ, ਚੋਣ ਕਰਾਓ। ਉਹ ਮਤਾ ਅੱਜ ਤੱਕ ਨਹੀਂ ਆਇਆ, 2011 ਤੋਂ ਲੈ ਕੇ 2023 ਤੱਕ। ਤੇ ਇੱਥੇ ਟੈਲੀਵਿਜ਼ਨ ਤੇ ਬਹਿ ਕੇ ਜਿਹੜਾ ਬਾਦਲ ਦਲ ਹੈ ਉਹ ਕਹਿੰਦਾ ਕਿ ਜੀ ਅਸੀਂ ਸਾਡੇ ਵੱਲੋਂ ਚੋਣਾਂ ਲਈ ਅਸੀਂ ਤਿਆਰ ਹਾਂ। ਤਿਆਰ ਨਹੀਂ ਆ, ਉਹ ਮੰਗ ਕਰਨ, ਆਫੀਸ਼ੀਅਲੀ ਮੰਗ ਕਰਨ, ਉਹ ਮਤਾ ਲੈ ਕੇ ਆਣ ਤੇ ਤਾਂ ਫਿਰ ਅੱਗੇ ਗੱਲ ਚੱਲੇਗੀ। ਅਜੇ ਤੱਕ ਤਾਂ ਉਹ ਮਤਾ ਹੀ ਨਹੀਂ ਲਿਆ ਰਹੇ ਤੇ ਪਬਲਿਕ ਨੂੰ ਮਤਲਬ ਗੁੰਮਰਾਹ ਕਰਨ ਲਈ ਇੱਥੇ ਟੈਲੀਵਿਜ਼ਨਾਂ ਤੇ ਉਹਨਾਂ ਦੇ ਬੁਲਾਰੇ ਆ ਕੇ ਕਹਿ ਦਿੰਦੇ ਆ ਜੀ ਅਸੀਂ ਤਾਂ ਚੋਣ ਲਈ ਤਿਆਰ ਹਾਂ। ਸੋ ਇਹ ਜਿਹੜਾ ਇੱਕ ਭੰਬਲ ਭੂਸਾ ਪਾਇਆ ਜਾ ਰਿਹਾ, ਇਹ ਪਬਲਿਕ ਜਿਹੜੀ ਹੈ ਸਭ ਕੁਝ ਸਮਝ ਰਹੀ ਹੈ ਤੇ ਇਸੇ ਤੋਂ ਬਚਣ ਲਈ ਇਹ ਸਾਰੀ ਜਿਹੜੀਆਂ ਖੇਡਾਂ ਖੇਡੀਆਂ ਜਾ ਰਹੀਆਂ। ਮੈਨੂੰ ਨਹੀਂ ਲੱਗਦਾ ਕਿ ਚੋਣ ਜਿਹੜੀ ਹੈ ਨੀਅਰ ਫਿਊਚਰ ਦੇ ਵਿੱਚ ਹੋਏਗੀ। ਜੀ ਚਲੋ ਜੀ, ਵੱਡਾ ਸਵਾਲ ਜੋ ਅਮਰਿੰਦਰ ਜੀ ਕਹਿ ਰਿਹਾ ਕਿ ਸਵਾਗਤ ਤਾਂ ਠੀਕ ਹੈ ਪਰ ਸਵਾਗਤ ਦੇ ਕੋਈ ਮੈਨੇ ਨਹੀਂ। ਐਸਜੀਪੀਸੀ ਕਿਉਂ ਨਹੀਂ ਇੱਕ ਮਤਾ ਲੈ ਕੇ ਆਉਂਦੀ ਕਿ ਆਮ ਚੋਣਾਂ ਕਰਵਾਈਆਂ ਜਾਣ? ਇਹ ਵੀ ਖਦਸ਼ਾ, ਕੋਈ ਟਾਈਮ ਬਾਉਂਡ ਨਹੀਂ, ਟਾਈਮ ਫਰੇਮ ਨਹੀਂ ਕਿ ਵੋਟਰ ਸੂਚੀਆਂ ਦੀ ਸਦਾਈ ਦਾ ਸੁਨੇਹਾ ਦੇ ਕੇ ਇਹਦੇ ਨਾਲ ਚੋਣਾਂ ਦਾ ਅਮਲ ਨੇਪਰੇ ਨਹੀਂ ਚੜ ਸਕਦਾ। ਇਹ ਸਵਾਲ ਉਠਾਏ ਜਾ ਰਹੇ ਬਾਕੀ ਦੀਆਂ ਧਿਰਾਂ ਵੱਲੋਂ। ਚਾਵਲਾ ਜੀ।
ਜੋ ਕੁਛ ਅਮਰਿੰਦਰ ਸਿੰਘ ਕਹਿੰਦੇ ਆ ਇਹ ਤਾਂ ਜੋ ਮਰਜ਼ੀ ਬੋਲੀ ਜਾ ਸਕਦੇ ਆ, ਆਪਾਂ ਕਿਸੇ ਨੂੰ ਬੋਲਣ ਤੋਂ ਥੋੜੀ ਰੋਕ ਸਕਦੇ ਆ ਜੀ। ਸ਼੍ਰੋਮਣੀ ਕਮੇਟੀ ਕਿਸ ਤਰ੍ਹਾਂ ਦਾ ਮਤਾ ਪਾਵੇ, ਕਿਉਂ ਪਾਵੇ, ਜਿਸੇ ਨਾ ਡਿਊਟੀ ਆਫ ਦਾ SGPC, ਇਹ ਸਾਡਾ ਮਤਾ ਹੀ ਮਤਾ। ਤੁਸੀਂ ਜਿਵੇਂ ਮੰਗ ਕਰੀ ਜਾ ਰਹੇ ਆ, ਉਹ ਸਰਕਾਰ ਦਾ ਫਰਜ਼ ਬਣਦਾ ਕਿ ਚੋਣਾਂ ਕਰਾਵੇ। ਅਸੀਂ ਮਤਾ ਕਿਸ ਗੱਲ ਦਾ ਪਾਉਣਾ ਹੈ, ਕਿੱਥੇ ਲਿਖਿਆ? ਇੱਥੇ ਨਾ ਮੰਗ ਕਰੋ। ਚੋਣ ਹੋਏਗੀ। ਹਾਂ, ਇਹ ਅਸੀਂ ਮਤਾ ਪਾਇਆ ਨਹੀਂ, ਉਹਨੇ ਜਿਹੜੇ ਉਹਨੇ ਵੋਟਾਂ ਵਾਸਤੇ ਪਾਤਾ, ਅਸੀਂ ਮਤਾ ਪਾਇਆ ਤਾਂ ਇਹਦੇ ਲਈ ਪੱਤਰ ਜਾਰੀ ਹੋਇਆ। ਐਵੇਂ ਬੈਠਿਆ, ਇਹ ਕਈਆਂ ਦਾ ਨਾ ਸੁਭਾਅ ਹੁੰਦਾ, ਐਵੇਂ ਆਪਣੀ ਟੌਰ ਜੀ ਬਣਾਈ ਜਾਣੀ, ਬਾਦਲ ਦਾ ਲੈ, ਦੇ ਦਾ ਲੈ, ਇਹ ਐਵੇਂ ਗੱਲਾਂ ਹੀ ਹੁੰਦੀਆਂ। ਅਮਰਿੰਦਰ ਸਿੰਘ ਨੂੰ ਪਤਾ, ਮੈਂ ਅਮਰਿੰਦਰ ਸਿੰਘ ਜਾਣਦਾ, ਮੈਨੂੰ ਜਾਣਦਾ ਬੜੀ ਚੰਗੀ ਤਰ੍ਹਾਂ। ਇਹ ਕੋਈ ਮਸਲਾ ਨਹੀਂ, ਕੋਈ ਮਤਾ ਮੁੱਤਰਾ ਰੌਲਾ ਨਹੀਂਗਾ। ਸਰਕਾਰ ਕੱਲ ਕਰਾਵੇ ਚੋਣਾਂ। ਆਹ ਸਰਕਾਰ ਨੇ ਚਿੱਠੀ ਜਾਰੀ ਕੀਤੀ ਆ, ਸਾਡੇ ਮਤੇ ਤੋਂ ਕੀਤੀ ਆ। ਐਵੇਂ ਇੱਕ ਪਾਸੇ ਰੌਲਾ ਪੈ ਗਿਆ, ਸਾਰੇ ਪੰਥ 'ਚ ਰੌਲਾ ਪੈ ਗਿਆ, ਦੁਨੀਆ 'ਚ ਪੈ ਗਿਆ ਕਿ SGPC ਦੀਆਂ ਚੋਣਾਂ ਆ ਗਈਆਂ। ਉਹ ਮਤੇ ਇਹ ਉੱਥੇ ਜਾਣ ਕੇ ਸਿਰਫ ਐਵੇਂ ਆਪਣੀ ਟੌਰ ਬਣਾਉਣ ਦੀ, ਹੋਰ ਕੋਈ ਗੱਲ ਨਹੀਂ। ਬਸ ਇਹਨਾਂ ਕੋਲ ਇੱਕੋ ਹੀ ਮੁੱਦਾ ਹੈ ਕਿ ਕਿਵੇਂ ਮਾੜਾ ਕਹਿਣਾ, ਕਿਵੇਂ ਨਿੰਦਾ ਕਰਨੀ, ਕਿਵੇਂ ਗਾਲਾਂ ਕੱਢਣੀਆਂ, ਬਸ ਜੀ। ਨਹੀਂ ਤੁਸੀਂ ਮਤਾ, ਮੇਰੀ ਬੇਨਤੀ ਇਹ ਹੈ ਚਾਵਲਾ ਸਾਹਿਬ, ਤੁਹਾਡੀ ਟਰਮ ਜੇ ਪੂਰੀ ਹੋ ਗਈ ਹੈ, SGPC ਦਾ ਹਾਊਸ ਕਿਉਂ ਨਹੀਂ ਮਤਾ ਪਾਉਂਦਾ ਕਿ ਸਾਡੀ ਟਰਮ ਪੂਰੀ ਹੋ ਗਈ ਹੈ? ਸਰਕਾਰ ਤਾਂ ਜੋ ਕਰੇਗੀ ਸੋ ਕਰੇਗੀ। ਤੁਹਾਡਾ ਵੀ ਕਿ ਇਖਲਾਕੀ ਫਰਜ਼ ਹੈ। ਤੁਸੀਂ ਪੁਰਾਣਾ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਜਦੋਂ ਟਰਮ ਪੂਰੀ ਹੋ ਜਾਂਦੀ ਹੈ SGPC ਦਾ ਹਾਊਸ ਮਤਾ ਪਾਉਂਦਾ ਹੈ ਕਿ ਸਾਡੀ ਟਰਮ ਪੂਰੀ ਹੋ ਗਈ ਹੈ, ਮਤਾ ਇਹਦੀ ਚੋਣ ਕਰਾਈ ਜਾਵੇ। ਪਰ ਤੁਸੀਂ ਅੱਜ ਤੱਕ ਨਹੀਂ ਬੋਲੇ। ਬਿਲਕੁਲ ਆਪਣਾ ਰਿਕਾਰਡ ਚੱਕ ਕੇ ਦੇਖੋ, ਆਪਣਾ ਰਿਕਾਰਡ ਚੱਕ ਕੇ ਦੇਖੋ, ਉਹਦੇ ਵਿੱਚ ਮਤੇ ਹੈਗੇ ਆ। ਮੈਂ ਕਹਿੰਦਾ ਕੋਈ ਮਤਾ ਨਹੀਂ, ਮੈਂ ਕਹਿ ਰਿਹਾ ਕੋਈ ਮਤਾ ਨਹੀਂ, ਦਿਖਾ ਦਿਓ। ਚਲੋ ਜਿੱਦੀ ਜਾਓ ਕਿ ਕੋਈ ਮਤਾ ਨਹੀਂ, ਜਿੱਦੀ ਜਾਓ। ਜੇ ਤੁਸੀਂ ਮੈਨੂੰ ਦੱਸੋ, ਆਪਣੇ ਸਕੱਤਰ ਨੂੰ ਪੁੱਛੋ, ਤੁਹਾਨੂੰ ਮਤਾ ਦੇਗਾ, ਕੱਢ ਕੇ ਪੁਰਾਣੇ ਮਤੇ ਦੇਗਾ। ਜਿਹੜੀ ਮੈਂ ਗੱਲ ਕਹਿਣਾ, ਮੇਰੀ ਵੀ ਸੁਣ ਲਓ ਨਾ, ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ, ਕੋਈ ਮਤਾ ਪੈਂਦਾ ਵਿਧਾਨ ਸਭਾ 'ਚ? ਵਿਧਾਨ ਸਭਾ ਦੀ ਜਿਸ ਦਿਨ ਟਰਮ ਪੂਰੀ ਹੋ ਜਾਂਦੀ ਹੈ, MLA ਨੂੰ ਦੁਬਾਰਾ ਵੜਨ ਨਹੀਂ ਦਿੰਦੇ ਵਿਧਾਨ ਸਭਾ 'ਚ। ਜਿਸ ਦਿਨ ਉਹਦੀ ਟਰਮ ਪੂਰੀ ਹੋ ਜਾਂਦੀ ਹੈ, ਜਿਸ ਦਿਨ ਕਿਸੇ ਵੀ ਕਮੇਟੀ ਦੀ ਟਰਮ ਪੂਰੀ ਹੋ ਜਾਂਦੀ ਹੈ, ਕਿਸੇ ਕੌਂਸਲ ਦੀ ਟਰਮ ਪੂਰੀ ਹੋ ਜਾਂਦੀ ਹੈ, ਮੈਂਬਰ ਐਗਜ਼ਿਸਟ ਕਰਨਾ ਬੰਦ ਹੋ ਜਾਂਦਾ ਹੈ, ਸਾਰੀ ਪਾਵਰ ਸੈਕਟਰੀ ਕੋਲ ਚਲੀ ਜਾਂਦੀ ਹੈ। ਲੇਕਿਨ ਇੱਥੇ DC ਕੋਲ ਪਾਵਰ ਨਹੀਂ ਜਾਂਦੀ। ਦਿੱਲੀ ਦਰਬਾਰ ਦਖਲ ਦਿੰਦਾ ਤੇ ਕਹਿੰਦਾ ਇਹਨਾਂ ਨੂੰ ਹੀ ਚਲਾਈ ਚੱਲੋ। ਮੇਰੇ ਕੀ ਬਾਤ ਹੈ? ਨਹੀਂ, ਮੈਂ ਤੁਹਾਨੂੰ ਨਹੀਂ ਕਹਿ ਰਿਹਾ, ਪਰ ਤੁਸੀਂ ਇਹ ਨਾ ਕਹੋ ਕਿ ਅਸੀਂ ਹਮੇਸ਼ਾ ਰੈਡੀ ਹਾਂ, ਅਸੀਂ ਚਾਹੁੰਦੇ ਹਾਂ। ਤੁਸੀਂ ਨਹੀਂ ਚਾਹੁੰਦੇ। ਮੈਂ ਇਹ ਕਹਿ, ਮੇਰੀ ਬੇਨਤੀ ਹੈ, ਤੁਸੀਂ ਨਹੀਂ ਚਾਹੁੰਦੇ। ਤੁਸੀਂ ਚਾਹੁੰਦੇ ਹੋ ਤਾਂ ਮਤਾ ਪਾਓ। ਜੇ ਤੁਸੀਂ ਵਾਕਈ ਚੋਣ ਚਾਹੁੰਦੇ ਹੋ ਤਾਂ ਮਤਾ ਪਾਓ। ਤੁਸੀਂ ਚੋਣ ਚਾਹੁੰਦੇ ਨਹੀਂ ਹੋ ਕਿ ਚੋਣ ਹੋਵੇ। ਅਸੀਂ ਤਾਂ ਸਵਾਗਤ ਕਰਦੇ ਆ ਕਿ ਚੋਣਾਂ ਦਾ ਬਿਗਲ ਵੱਜਿਆ, ਚੰਗੀ ਗੱਲ ਹੋ ਗਈ ਆ। ਚੋਣਾਂ ਹੋਣ, ਮਸਲੇ ਨਿਬੜਨ, ਰੌਲੇ ਨਿਬੜਨ। ਮੈਂ ਵੀ ਇਹੀ ਕਹਿ ਰਿਹਾ ਨਾ, ਤੁਸੀਂ ਸਵਾਗਤ ਕਰਦੇ ਹੋ, ਮਤਾ ਪਾ ਦਿਓ। ਤੁਹਾਡੇ ਕੋਲ ਪਾਵਰ ਹੈ, ਤੁਸੀਂ ਮਤਾ ਪਾਓ। ਤੁਹਾਨੂੰ ਤਾਂ ਗੱਲ ਤੇ ਗੱਲ ਲੱਭਣੀ ਪੈਂਦੀ ਆ, ਗੱਲ ਕਹਿਣ ਵਾਸਤੇ ਤਾਂ ਕਿ ਤੁਸੀਂ ਇੱਥੇ ਬੈਠ ਕੇ ਸਵਾਗਤ ਕਰ ਰਹੇ ਹੋ ਨਾ, ਆਪਣੇ ਹਾਊਸ ਦੇ ਵਿੱਚ ਬੈਠ ਕੇ ਸਵਾਗਤ ਕਰ ਦਿਓ ਨਾ ਇੱਕ ਵਾਰੀ। ਸਵਾਗਤ ਹੀ ਹੈ, ਨਹੀਂ ਹੈ ਸਵਾਗਤ, ਇੱਥੇ ਬੈਠ ਕੇ ਸਵਾਗਤ ਨਹੀਂ ਹੈ। ਧਾਮੀ ਸਾਹਿਬ ਹਾਊਸ ਦੇ ਵਿੱਚ ਸਵਾਗਤ ਕਰਦੇ ਨੇ ਜਾ ਕੇ ਕਿ ਸਵਾਗਤ ਹੈ ਤੇ ਚੋਣ ਕਰਾਈ ਜਾਵੇ। ਹਾਊਸ ਹੀ ਨਾਲ ਬਾਉਂਡ ਟੂ ਪਾਸ ਐਨੀ ਰੈਜ਼ੋਲੂਸ਼ਨ। ਹਾਊਸ ਦੀ ਮੋਰਲ ਰਿਸਪੌਂਸਿਬਿਲਟੀ ਹੈ ਕਿ ਸਾਡੇ 5 ਸਾਲ ਹੋ ਗਏ, ਸਾਨੂੰ ਸੰਗਤ ਨੇ 5 ਸਾਲ ਲਈ ਬਿਠਾਇਆ ਸੀ, ਅੱਜ ਪੂਰੇ 5 ਹੋ ਗਏ ਮਹਾਰਾਜ। ਬਿਲਕੁਲ ਹੈਗੀ ਹਾਊਸ ਦੀ ਇਹ ਮੋਰਲ ਰਿਸਪੌਂਸਿਬਿਲਟੀ ਹੈ। ਚਾਵਲਾ ਤੁਹਾਡਾ ਦੋਨੋਂ ਦਾ ਵਿਊ ਪੁਆਇੰਟ ਆ ਗਿਆ। ਕੋਈ ਮਤਾ ਪਿਆ ਤੇ ਮੈਨੂੰ ਦਿਖਾ ਦੇ, ਮੈਂ ਪਵਾ ਦੇਣਾ। ਸੈਕਟਰੀ ਨੂੰ ਪੁੱਛੋ, ਆਪਣੇ ਉਹਦਾ ਮਤਾ ਦੇ ਦੇਗਾ ਤੁਹਾਨੂੰ ਕੱਢ ਕੇ। ਫਿਰ ਆਵਾਂਗੇ ਇਸ ਮੁੱਦੇ ਤੇ, ਆਪਾਂ ਸਵਾਲ ਫੇਰ ਲੈਣੇ। ਚਾਵਲਾ ਜੀ ਤੁਹਾਡਾ ਵਿਊ ਪੁਆਇੰਟ ਵੀ ਆ ਗਿਆ। ਅਮਰਿੰਦਰ ਜੀ, ਸਵਾਲ ਇਹ ਹੈ ਕਿ ਭਾਈ ਜੋਗਾ ਸਿੰਘ ਉਹਨਾਂ ਨੇ ਕਹੀ ਹੈ ਕਿ SGPC ਦੀਆਂ ਆਮ ਚੋਣਾਂ ਆਉਣਗੀਆਂ ਤਾਂ ਇਸ ਵੇਲੇ ਇੱਕ ਪਰਿਵਾਰ ਦਾ ਜਿਹੜਾ SGPC ਦੇ ਕਬਜ਼ਾ ਹੈ, ਗਲਬਾ ਹੈ, ਉਹ ਕਬਜ਼ਾ ਟੁੱਟਣ ਦਾ ਇੱਕ ਮੌਕਾ ਆਏਗਾ। ਮੌਕਾ ਆ ਗਿਆ ਕਿਉਂਕਿ ਮੌਜੂਦਾ ਲੀਡਰਸ਼ਿਪ ਨੂੰ ਇਹ ਸਵਾਲ ਕੀਤਾ ਗਿਆ। ਇਸ ਕਰਕੇ ਚਾਵਲਾ ਜੀ ਤੁਹਾਡੇ ਤੋਂ ਸਵਾਲ ਆਪਾਂ ਲੈ ਰਹੇ ਹਾਂ। ਸਿੱਧੂ ਸਾਹਿਬ, ਗੱਲ ਬੜੀ ਸਪਸ਼ਟ ਹੈ ਕਿ ਇਹ ਆਪੋ ਆਪਣੀਆਂ ਪਾਰਟੀਆਂ ਦੇ, ਆਪੋ ਆਪਣੇ ਧੜਿਆਂ ਦੇ ਇਹ ਸਾਡੇ ਮੁੱਦੇ ਹੈਗੇ ਆ। ਠੀਕ ਹੈ, ਇਹਨਾਂ ਦਾ ਇਹ ਮੁੱਦਾ, ਇਹ ਆਪਣੀ ਉਸ ਗੱਲ ਦੇ ਲਈ ਲੜ ਰਹੇ ਆ, ਅਸੀਂ ਆਪਣਾ ਕੰਮ ਕਰ ਰਹੇ ਆ, ਸੇਵਾ ਕਰ ਰਹੇ ਆ। ਇਹ ਆਪੋ ਆਪਣਾ ਮੁੱਦਾ, ਕੋਈ ਗੱਲ ਨਹੀਂ, ਠੀਕ ਹੈ। ਜੋ ਇਹ ਮੁੱਦਾ ਕਹਿ ਰਹੇ ਆ, ਇਹਨਾਂ ਨੂੰ ਆਪਣੀ ਗੱਲ ਕਹਿਣੀ ਚਾਹੀਦੀ ਹੈ, ਕਹਿਣ ਦਾ ਹੱਕ ਹੈ। ਆਪਾਂ ਕਿਸੇ ਦੇ ਪਾਬੰਦੀ ਥੋੜੀ ਲਾ ਸਕਦੇ, ਰੋਕ ਥੋੜੀ ਸਕਦੇ ਜੀ। ਭਾਈ ਜੋਗਾ ਸਿੰਘ ਜੀ, ਇਸੇ ਮਾਮਲੇ ਤੇ ਸਵਾਲ ਤੁਹਾਡੇ ਕੋਲੋਂ ਕਿ ਹਰ ਇੱਕ ਦਾ ਆਪਣਾ ਅਧਿਕਾਰ ਹੈ ਦਾਅਵਾ ਕਰਨ ਦਾ ਤੇ ਵਾਅਦਾ ਕਰਨ ਦਾ, ਪਰ ਜੋ ਸਥਿਤੀ ਇਸ ਵੇਲੇ ਬਣੀ ਹੈ, ਅਮਰਿੰਦਰ ਜੀ ਦਾ ਕਹਿਣਾ ਕਿ ਲੱਗਦਾ ਹੀ ਨਹੀਂ ਕਿ SGPC ਦੀਆਂ ਇਲੈਕਸ਼ਨ ਹੋਣਗੀਆਂ, ਐਵੇਂ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਪ੍ਰੋਸੈਸ ਸਿਰੇ ਚੜ੍ਹੇਗਾ ਜਾਂ ਸਿਰ ਪੱਤਰ ਜਾਰੀ ਕੀਤਾ ਗਿਆ ਵੋਟਾਂ ਦੀ ਸੁਧਾਈ ਦੇ ਲਈ? ਦੇਖੋ ਜੀ, ਗੱਲ ਇਹ ਹੈ, ਉਹਨਾਂ ਨੇ ਕੀ ਕਰਨਾ ਕੀ ਨਹੀਂ ਇਹ ਤਾਂ ਵੱਖਰੀ ਗੱਲ ਹੈ, ਲੇਕਿਨ ਸਾਨੂੰ ਜਿਵੇਂ ਪਿਛਲੇ ਸਮਿਆਂ ਤੋਂ ਅਸੀਂ ਜਦੋਜਹਿਦ ਕਰ ਰਹੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ, ਉਹਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਤੇ ਇਕੱਠੇ ਹੋ ਜਾਣਾ ਚਾਹੀਦਾ।
ਮੈਂ ਇੱਕ ਗੱਲ ਕਹਾਂਗਾ ਕਿ ਜੇ ਸਾਰੋਂ ਸਾਹਿਬ ਨੇ ਪੱਤਰ ਕੱਢਿਆ ਹੈ, ਤਾਂ ਉਹਨਾਂ ਦੇ ਪੱਤਰ ਦੇ ਵਿੱਚ ਕੀ ਹੈ ਕੀ ਨਹੀਂ, ਥੋੜਾ ਸਮਾਂ ਸਾਨੂੰ ਉਹਦੇ ਤੇ ਦੇਖਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ। ਲੇਕਿਨ ਮੈਂ ਦੂਜੀ ਵੱਡੀ ਗੱਲ ਇਹ ਕਰਨ ਜਾ ਰਿਹਾ ਹਾਂ ਕਿ ਜਿਹੜੀ ਪਾਰਟੀ ਦਾ, ਅਕਾਲੀ ਦਲ ਬਾਦਲ ਪਾਰਟੀ ਦਾ ਅੱਜ ਸ਼੍ਰੋਮਣੀ ਕਮੇਟੀ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਕਬਜ਼ਾ, ਇਹਦੇ ਵਿੱਚ ਹੁਣ ਸ਼ਬਦ ਵਰਤਣ ਦੀ ਕੋਈ ਗਰੇਜ ਨਹੀਂ ਕਰ ਲੈਣਾ ਚਾਹੀਦਾ। ਮੈਨੂੰ ਤਾਂ ਇਹ ਵੀ ਪਤਾ ਲੱਗਿਆ ਹੈ ਕਿ ਇਹਨਾਂ ਦੀ ਪਾਰਟੀ ਨੇ ਅੰਦਰ ਬੈਠ ਕੇ ਵੀ ਫੈਸਲਾ ਕੀਤਾ ਹੈ ਕਿ ਹੁਣ ਸੀਨੀਅਰ ਲੀਡਰ ਹੈ ਜਿਹੜੇ ਇਹਨਾਂ ਦੀ ਪਾਰਟੀ ਦੇ, ਉਹਨਾਂ ਨੂੰ ਚੋਣਾਂ ਦੇ ਵਿੱਚ ਉਤਾਰਿਆ ਜਾਵੇ। ਔਰ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪੂਰੇ ਵਰਲਡ ਦੇ ਵਿੱਚ ਦੁਨੀਆ 'ਚ ਬੈਠੀਆਂ ਸੰਗਤਾਂ ਨੂੰ ਇਹ ਸੁਚੇਤ ਕਰਦਾ ਹੈ ਕਿ ਜਿਹੜੇ ਅਕਾਲੀ ਦਲ ਬਾਦਲ ਦੇ ਵੱਡੇ ਲੀਡਰ ਹੈ, ਮੇਨ ਚਿਹਰੇ ਹੈ, ਕੱਲ ਪੱਤਰ ਆਇਆ ਜੀ, ਮੇਰਾ ਖਿਆਲ ਹੈ 25 ਤਰੀਕ ਦਾ ਪੱਤਰ ਹੈ ਉਹ, 25 ਮਈ ਦਾ। 25 ਮਈ ਤੋਂ ਬਾਅਦ ਜਿਹੜੇ ਇਹਨਾਂ ਦੇ ਲੀਡਰ ਅੰਮ੍ਰਿਤ ਛਕਦੇ ਆ ਜਾਂ ਜਿਹੜੇ ਇਹਨਾਂ ਦੇ ਲੀਡਰ ਕਿਰਪਾਨ ਪਾਉਨੇ ਆ, ਜੇ ਤਾਂ ਉਹ ਕੇਵਲ ਚੋਣਾਂ ਲੜਨ ਦੇ ਲਈ ਹੀ ਅੰਮ੍ਰਿਤਧਾਰੀ ਬਣਦੇ ਆ, ਫਿਰ ਤਾਂ ਜੀ ਉਹ ਹੈਗੇ ਆ ਇੱਕ ਤਰ੍ਹਾਂ ਦੇ ਗੁਰੂ ਨੂੰ ਧੋਖਾ ਦੇਣ ਦੇ ਲਈ ਆ ਰਹੇ ਆ। ਇਹ ਗੱਲ ਦਾ ਵੀ ਵੱਡਾ ਧਿਆਨ ਹੈ, ਭਾਵੇਂ ਇਹਨਾਂ ਦੀ ਪਾਰਟੀ ਦੇ, ਭਾਵੇਂ ਕੋਈ ਹੋਰ ਹੈ। ਜੇਕਰ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਲੋਕ, ਜਿਹੜੇ ਗੁਰਸਿੱਖ ਵਿਅਕਤੀ ਗੁਰਸਿੱਖੀ ਦੇ ਨਾਲ ਜੁੜੇ ਹੋਏ ਆ, ਜੇਕਰ ਕੋਈ ਅਜਿਹੇ ਸੱਜਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੇ ਲਈ ਅੱਗੇ ਆਉਨੇ ਆ, ਤਾਂ ਉਹ ਕੋਈ ਵੀ ਹੋਵੇ ਤਾਂ ਉਹਨੂੰ ਸੰਗਤ ਨੂੰ ਨਵਾਜ ਦੇਣਾ ਚਾਹੀਦਾ। ਸੋ ਮੈਂ ਸਮਝਦਾ ਕਿ ਇਸ ਵਾਰ ਜਿਹੜੀ ਇਲੈਕਸ਼ਨ ਹੈ, ਸਾਨੂੰ ਕਿਰਦਾਰਾਂ ਦੇ ਉੱਤੇ, ਸਾਨੂੰ ਉਹਨਾਂ ਸੱਜਣਾ ਦੇ ਲਈ, ਉਹਨਾਂ ਵਿਅਕਤੀਆਂ ਦੇ ਲਈ ਲੜਨੀ ਚਾਹੀਦੀ ਹੈ ਜਿਹੜੇ ਸਹੀ ਢੰਗ ਦੇ ਨਾਲ ਗੁਰਸਿੱਖੀ ਜੀਵਨ ਦੇ ਵਿੱਚ ਤੇ ਸਿੱਖੀ ਸੇਵਾ ਦੇ ਵਿੱਚ ਪ੍ਰਣਾਏ ਹੋਣ। ਸੋ ਇਸ ਕਰਕੇ ਮੈਂ ਦੁਬਾਰਾ ਫੇਰ ਕਹਾਂਗਾ ਕਿ ਪਿਛਲੀ ਵਾਰੀ ਵੀ ਜਿਹੜੀਆਂ ਇਲੈਕਸ਼ਨਾਂ ਹੋਈਆਂ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਈ ਵਿਅਕਤੀ ਅਜਿਹੇ ਸੀ ਕਿ ਆਪਾਂ ਦਸਤਾਰ ਖੱਬੇ ਪਾਸੇ ਨੂੰ ਪਾਉਨੇ ਆ, ਲੇਕਿਨ ਉਹਨਾਂ ਨੇ 2-2 ਦਿਨ ਪਹਿਲਾਂ ਮਰ ਛਕਿਆ, ਉਹ ਭੁੱਲ ਕੇ ਸੱਜੇ ਪਾਸੇ ਨੂੰ ਕਿਰਪਾਨ ਪਾਈ ਫਿਰਨ। ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਵੱਲ ਵਿਸ਼ੇਸ਼ ਤੌਰ ਤੇ ਸੰਗਤ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਹੁਣ ਉਹ ਕਿਰਪਾਨ ਪਾਈ ਹੋਈ ਹੈ ਜਾਂ ਉਹ ਮੌਕੇ ਤੇ ਹੀ ਸਰਟੀਫਿਕੇਟ ਲੈ ਕੇ ਆਉਨੇ ਆ। ਸੋ ਇਹ ਸਾਰੀਆਂ ਗੱਲਾਂ ਸਾਨੂੰ ਧਿਆਨ ਗੋਚਰੇ ਲਿਆਉਣੀਆਂ ਪੈਣਗੀਆਂ ਜੀ। ਐਸਐਸ ਸਾਰੋਂ ਸਾਹਿਬ ਨੇ ਜਿਹੜਾ ਪੱਤਰ ਕੱਢਿਆ ਹੈ, ਉਹ ਆਉਣ ਵਾਲੇ ਸਮੇਂ 'ਚ ਕਿੰਨੇ ਕੁ ਉਹਨਾਂ ਤੇ ਸਿਰਦਾ, ਇਹ ਗੱਲ ਵੀ ਆਉਣ ਵਾਲੇ ਸਮੇਂ ਤੱਕ ਆਪਾਂ ਨੂੰ ਹਫ਼ਤਾ 10 ਦਿਨ 15 ਦਿਨ ਵੇਟ ਕਰਨੀ ਚਾਹੀਦੀ ਹੈ, ਵਾਚਣਾ ਚਾਹੀਦਾ ਹੈ, ਉਡੀਕਣੀ ਪਏਗੀ। ਜੀ ਚਾਵਲਾ ਜੀ, ਇੱਕ ਸਵਾਲ ਫਿਰ ਤੁਹਾਡੇ ਤੋਂ, ਕਿਉਂਕਿ ਗੱਲ ਜਿਹੜੀ ਕੀਤੀ ਗਈ ਹੈ ਜੋਗਾ ਸਿੰਘ ਜੀ ਵੱਲੋਂ ਕਹਿਣਾ ਕਿ ਜੇ ਐਸਜੀਪੀ ਦੀਆਂ ਇਲੈਕਸ਼ਨਾਂ ਦੇ ਮੱਦੇਨਜ਼ਰ ਹੀ ਕੋਈ ਧਿਰਾਂ ਜਾਂ ਕੁਝ ਲੋਕ ਜਿਹੜਾ ਪੂਰਨ ਰੂਪ 'ਚ ਸਿੱਖੀ ਜਿਹੜਾ ਸਰੂਪ ਹੈ ਉਸ ਨੂੰ ਅਪਣਾਉਂਦੇ ਆ, ਜਾਂ ਵਾਸਤਵ ਦੇ ਵਿੱਚ ਹੀ ਉਹ ਸਿੱਖੀ ਸਰੂਪ ਦੇ ਧਾਰਨੀ ਹੈ, ਵੀ ਦੇਖਣਾ ਪਏਗਾ ਕਿ ਵੋਟਾਂ ਲਈ ਤਾਂ ਨਹੀਂ ਇਹ ਸਰੂਪ ਧਾਰਨ ਕੀਤਾ ਜਾਂਦਾ, ਤਾਂ ਫਿਰ ਕਿਸ ਕਦਰ ਜਿਹੜੀ ਸਹੀ ਲੀਡਰਸ਼ਿਪ ਅੱਗੇ ਲਿਆਂਦੀ ਜਾ ਸਕਦੀ ਹੈ, ਇਹ ਨਿਰਣਾ ਵੀ ਕਰਨਾ ਪਏਗਾ ਪੰਥਕ ਹਲਕਿਆਂ ਨੂੰ। ਆਪਾਂ ਪਹਿਲਾਂ ਗੱਲ ਕੀਤੀ ਵੀ ਆਪਾਂ ਜੋ ਮਰਜ਼ੀ ਕਹਿ ਸਕਦੇ, ਆਪਾਂ ਕਿਸੇ ਦੇ ਬੋਲਣ ਤੇ ਜਾਂ ਕਿਸੇ ਦੇ ਆਪਾਂ ਅਧਿਕਾਰ ਤੇ ਪਾਬੰਦੀ ਨਹੀਂ ਲਾ ਸਕਦੇ ਜੀ, ਪਰੰਤੂ ਫੈਸਲਾ ਵੋਟਰਸ ਨੇ ਕਰਨਾ ਹੈ। ਉਹ ਜਿਹੜਾ ਵੀ ਕੋਈ ਵਿਅਕਤੀ ਉੱਥੇ ਇਲੈਕਸ਼ਨ ਲੜੇਗਾ, ਉਹ ਵੋਟਰਸ ਉਹਨੂੰ ਜਾਣਦੇ ਹੋਣਗੇ, ਵੋਟਾਂ ਪਾਉਣਗੇ, ਪਾਉਣ ਵੇਲੇ ਦੇਖ ਲੈਣਗੇ ਕਿ ਕਿਹੜਾ ਵਿਅਕਤੀ ਕਿਹੜੇ ਕਿਰਦਾਰ ਦਾ। ਮਾੜੇ ਕਿਰਦਾਰ ਵਾਲੇ ਬੰਦੇ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ, ਤੇ ਮੈਂ ਵੀ ਕਹਿੰਦਾ ਕੋਈ ਸ਼ੱਕ ਨਹੀਂ, ਜਿਹੜਾ ਕੋਈ ਮਾੜੇ ਕਿਰਦਾਰ ਦਾ ਬੰਦਾ ਨਹੀਂ ਵੋਟ ਪਾਉਣੀ ਚਾਹੀਦੀ। ਜਿਹੜਾ ਕੋਈ ਠੀਕ ਹੋਗਾ ਉਹਨੂੰ ਵੋਟ ਪੈ ਜਾਣੀ ਹੈ। ਸੋ ਇਸ ਵਾਸਤੇ ਇਹ ਗੱਲਾਂ ਤਾਂ ਵੋਟਾਂ ਜਦੋਂ ਪੈਣਗੀਆਂ, ਉਦੋਂ ਲੋਕਾਂ ਸਾਹਮਣੇ ਉਮੀਦਵਾਰ ਹੋਣਗੇ, ਪਾਰਟੀਆਂ ਹੋਣਗੀਆਂ, ਪ੍ਰਚਾਰ ਹੋਏਗਾ, ਉਦੋਂ ਆਪਾਂ ਕਰ ਲੈਣੀਆਂ ਸਾਰੀਆਂ ਗੱਲਾਂ। ਤੇ ਐਵੇਂ ਬੈਠ ਕੇ ਪ੍ਰਜੂਮ ਕਰਨ ਦਾ, ਹਰ ਗੱਲ ਪ੍ਰਜੰਪਸ਼ਨ ਤੇ ਨਹੀਂ ਆਧਾਰ ਹੁੰਦੀ, ਹਰ ਗੱਲ ਐਵੇਂ ਪਹਿਲਾਂ ਹੀ ਸੋਚੀ ਜਾਣਾ, ਜਿਹੜੀ ਗੱਲ ਪ੍ਰੈਕਟੀਕਲੀ ਹੋ ਜਾਣੀ ਹੈ ਉਹਦੇ ਬਾਰੇ ਪ੍ਰਜੂਮ ਕਰਨਾ ਕੀ ਫਾਇਦਾ। ਥੈਂਕ ਯੂ ਚਾਵਲਾ ਜੀ। ਮਾਨ ਜੀ, ਜਿਸ ਮਾਮਲੇ ਤੇ ਜੋਗਾ ਸਿੰਘ ਉਹਨਾਂ ਨੇ ਗੱਲ ਕੀਤੀ, ਉਹਨਾਂ ਦਾ ਕਹਿਣਾ ਹੈ ਕਿ ਜੇ ਇਲੈਕਸ਼ਨ ਲੜਨੀ ਹੈ, ਪੰਥਕ ਧਿਰਾਂ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣਗੀਆਂ ਤਾਂ ਕੋਈ ਢੰਗ ਦੀ ਲੀਡਰਸ਼ਿਪ ਲਿਆਂਦੀ ਜਾ ਸਕਦੀ ਹੈ। ਕਿਉਂਕਿ ਅਕਸਰ ਇਹ ਸਵਾਲ ਉੱਠਦੇ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਦੇ ਖਿਲਾਫ ਵੱਖੋ ਵੱਖਰੀਆਂ ਧਿਰਾਂ, ਤੇ ਵੱਖੋ ਵੱਖਰੀਆਂ ਧਿਰਾਂ ਜਦੋਂ ਅਖੀਰ ਤੱਕ ਆਪਣੇ ਮੁੱਦਿਆਂ ਨੂੰ ਲੈ ਕੇ ਲੜਦੀਆਂ, ਨਤੀਜਾ ਉਹੀ ਆਉਂਦਾ ਜੋ ਪਹਿਲਾਂ ਆਉਂਦਾ ਰਿਹਾ। ਜੋਗਾ ਸਿੰਘ ਜੀ ਦੇ ਸਵਾਲ ਨੂੰ ਕਿਵੇਂ ਦੇਖਦੇ ਹੋ ਕਿ ਪੋਸੀਬਿਲਿਟੀ ਹੈ ਕਿ ਵੱਖ-ਵੱਖ ਪੰਥਕ ਧਿਰਾਂ ਇੱਕ ਪਲੇਟਫਾਰਮ ਤੇ ਆ ਸਕਦੀਆਂ? ਮਾਨ ਸਾਹਿਬ, ਬਿਲਕੁਲ ਆ ਸਕਦੀਆਂ ਨੇ ਜੀ। ਮੈਂ ਤੁਹਾਡੇ ਚੈਨਲ ਤੇ ਬੈਠ ਕੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਹਿਣ ਨੂੰ ਤਿਆਰ ਹਾਂ ਕਿ ਅਸੀਂ ਹਰ ਜਿਹੜੇ ਕੌਮ ਪ੍ਰਸਤ ਲੋਕ ਨੇ, ਪੰਥ ਪ੍ਰਸਤ ਲੋਕ ਨੇ, ਉਹਨਾਂ ਨਾਲ ਚੱਲਣ ਨੂੰ ਤਿਆਰ ਹਾਂ। ਔਰ ਮੈਂ ਪੂਰੀ ਰਿਸਪੌਂਸਿਬਿਲਿਟੀ ਨਾਲ ਇਹ ਸਟੇਟਮੈਂਟ ਦੇ ਰਿਹਾ ਜੀ। ਜੀ ਜੋਗਾ ਸਿੰਘ ਜੀ, ਦਿਓਗੇ ਜਵਾਬ? ਜੋ ਤੁਹਾਡਾ ਖਦਸ਼ਾ ਸੀ, ਮਾਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਪੂਰੀ ਜ਼ਿੰਮੇਵਾਰੀ ਨਾਲ ਪੰਥਕ ਧਿਰਾਂ ਦੇ ਏਕੇ ਨਾਲ ਚੱਲਣ ਨੂੰ ਤਿਆਰ ਹਾਂ, ਜਿਹੜੀਆਂ ਸਹੀ ਰੂਪ ਦੇ ਵਿੱਚ ਪੰਥਕ ਨੁਮਾਇੰਦਗੀ ਕਰਨਗੀਆਂ।
ਜੋਗਾ ਸਿੰਘ ਜੀ? ਮੈਂ ਦੇਖੋ ਜੀ ਇਹਦੇ ਬਾਰੇ ਇਹੀ ਕਹਿ ਸਕਦਾ ਕਿ ਮਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨੇ ਮੈਂਬਰ ਪਾਰਲੀਮੈਂਟ ਵੀ ਹੈ, ਇਸ ਏਕੇ ਦੇ ਲਈ ਉਹੀ ਪਹਿਲ ਕਰ ਲੈਣ ਤੇ ਬਲਕਿ ਉਹ ਆਪ ਕੋਈ ਵੱਡੀ ਮੀਟਿੰਗ ਸੱਦਣ। ਇਹਦੇ ਬਾਰੇ ਇਹ ਵਧੀਆ ਗੱਲ ਹੋਏਗੀ ਜੇ ਮਾਨ ਸਾਹਿਬ ਹੀ ਏਕਤਾ ਦੇ ਲਈ ਕੋਈ ਉਪਰਾਲਾ ਕਰਨ ਤੇ ਉਹਦੇ ਵਿੱਚ ਭਲਾ ਵੀ ਹੋਏਗਾ ਤੇ ਉਹਦੇ ਵਿੱਚ ਬਲ ਵੀ ਹੋਏਗਾ। ਮਾਨ ਜੀ ਦਿਓਗੇ ਜਵਾਬ? ਜੋਗਾ ਸਿੰਘ ਜੀ ਦਾ ਕਹਿਣਾ ਕਿ ਅਸੀਂ ਤਾਂ ਤਿਆਰ ਹਾਂ। ਬਿਲਕੁਲ ਜੀ, 6 ਜੂਨ ਤੋਂ ਬਾਅਦ ਅਸੀਂ ਮੀਟਿੰਗ ਕਰਕੇ ਮੀਟਿੰਗ ਬੁਲਾ ਲੈਨੇ ਆ ਜੀ, ਸਭ ਨੂੰ ਕਰ ਲੈਨੇ ਆ। ਥੋੜੇ ਜਿਹੇ ਸਾਹਿਬ ਮਾਨ ਸਾਹਿਬ ਦੀ ਤਬੀਅਤ ਢਿੱਲੀ ਹੈ, 6 ਤੱਕ ਮੇਰਾ ਖਿਆਲ ਠੀਕ ਹੋ ਜਾਣਗੇ, ਅੰਮ੍ਰਿਤਸਰ ਆਉਣਗੇ, ਉੱਥੇ ਹੀ ਆਪਾਂ ਇਸ ਗੱਲ ਦੇ ਕਰ ਲਾਂਗੇ ਜੀ, ਕੋਈ ਪ੍ਰੋਬਲਮ ਨਹੀਂ। ਅਮਰਿੰਦਰ ਜੀ, ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਵੱਡਾ ਸਵਾਲ ਹੈ, ਪੰਥਕ ਧਿਰਾਂ ਜਿਹੜੀਆਂ ਉਹਨਾਂ ਦੇ ਵੀ ਅੱਗੇ ਆਪਣੇ ਜਿਹੜੇ ਰਵੱਈਏ, ਆਪਣੀ ਸੋਚ, ਆਪਣੀ ਪਹੁੰਚ, ਆਪੋ ਆਪਣੀ ਲੀਡਰਸ਼ਿਪ ਹੈ। ਜਦੋਂ ਐਸਜੀਪੀਸੀ ਦੀਆਂ ਜਨਰਲ ਇਲੈਕਸ਼ਨਸ ਆਉਣਗੀਆਂ, ਕੀ ਲੱਗਦਾ ਕਿ ਉਹਨਾਂ ਮੁੱਦਿਆਂ ਤੇ ਕੋਈ ਪੰਥਕ ਏਕਾ ਜਾਂ ਕੋਈ ਰਾਏ ਸਹਿਮਤੀ ਬਣਨ ਦੀ ਪੋਸੀਬਿਲਿਟੀ ਨਜ਼ਰ ਆਉਂਦੀ ਹੈ, ਜਾਂ ਤੁਹਾਡਾ ਆਪਣਾ ਕੀ ਨਜ਼ਰੀਆ ਹੈ? ਦੇਖੋ ਸਿੱਧੂ ਸਾਹਿਬ, ਮੈਂ ਇਹਦੇ ਵਿੱਚ ਇਸ ਇਸ਼ੂ ਦੇ ਉੱਪਰ ਚਾਵਲਾ ਸਾਹਿਬ ਦੀ ਗੱਲ ਦੇ ਜ਼ਿਆਦਾ ਨੇੜੇ ਆ ਕਿ ਅਜੇ ਪ੍ਰੀ ਮੈਚੁਰ ਹੈ, ਚੋਣਾਂ ਤਾਂ ਅਜੇ ਆਈਆਂ ਹੀ ਨਹੀਂ ਹੈ ਜੀ, ਚੋਣਾਂ ਤਾਂ ਬਹੁਤ ਦੂਰ ਆ, ਪਤਾ ਨਹੀਂ ਆਣੀਆਂ ਵੀ ਹੈ ਕਿ ਨਹੀਂ ਆਣੀਆਂ, ਤੇ ਅਜੇ ਤਾਂ ਆਪਾਂ ਐਵੇਂ ਮਧਾਣੀ ਪਾ ਕੇ ਬਹਿ ਜਾਈਏ। ਅਜੇ ਐਸੀ ਕੋਈ ਚੀਜ਼ ਮੈਨੂੰ ਨਹੀਂ ਦਿਖ ਰਹੀ ਕਿ ਵੀ ਚੋਣਾਂ ਜਿਹੜੀਆਂ ਆ ਗਈਆਂ, ਕੋਈ ਉਹਦਾ ਨੋਟੀਫਿਕੇਸ਼ਨ ਹੋ ਗਿਆ, ਕੋਈ ਵੋਟਾਂ ਬਣਨ ਲੱਗ ਗਈਆਂ, ਕੋਈ ਹਲਕਾਬੰਦੀ ਹੋ ਗਈ, ਐਸਾ ਕੁਝ ਵੀ ਸਾਹਮਣੇ ਨਹੀਂ ਆਇਆ। ਕਿਹੜੀ ਸਟੇਟ ਦੇ ਵਿੱਚ ਚੋਣ ਹੋਣਗੀ, ਐਸਾ ਕੁਝ ਵੀ ਨਹੀਂ ਹੈ। ਇੱਕ ਸਿਰਫ ਵੇਗ ਜੀ ਲੈਟਰ ਹੈਗੀ ਆ ਇੱਕ ਕਿ ਜੀ ਆਪਣੀ ਸੁਧਾਈ ਸ਼ੁਰੂ ਕਰ ਦਿਓ। ਸੁਧਾਈ ਵੀ ਜਿਹੜਾ ਵਰਡ ਹੈਗਾ ਮੈਂ ਸਮਝਦਾ ਕਿ ਪ੍ਰੋਪਰ ਨਹੀਂ ਹੈ, ਐਕਚੁਅਲੀ ਤਾਂ ਵੋਟਾਂ ਬਣਨਗੀਆਂ ਪਹਿਲਾਂ, ਉਸ ਤੋਂ ਬਾਅਦ ਇਹ ਸਾਰਾ ਕੁਝ ਹੋਏਗਾ। ਤੇ ਇਸ ਚਿੱਠੀ ਦੇ ਤੋਂ ਮੈਂ ਇਹ ਐਟਲੀਸਟ ਮੈਂ ਇਹ ਅਨੁਮਾਨ ਨਹੀਂ ਲਾ ਰਿਹਾ ਕਿ ਵੀ ਵੋਟ ਜਿਹੜੀ ਹੈ ਐਸਜੀਪੀਸੀ ਦੀ ਇਲੈਕਸ਼ਨ ਜਲਦੀ ਹੋ ਜਾਏਗੀ, ਮੈਨੂੰ ਨਹੀਂ ਲੱਗਦਾ ਕਿ ਜਲਦੀ ਹੋਏਗੀ, ਇਹ ਅਜੇ ਦਿੱਲੀ ਬੜੀ ਦੂਰ ਹੈ। ਪਰ ਜੋਗਾ ਸਿੰਘ ਜੀ ਦਾ ਕਹਿਣਾ ਜੇ ਵੋਟਾਂ ਬਣਨਗੀਆਂ ਤਾਂ ਪੰਥਕ ਢੰਗ ਦੀ ਲੀਡਰਸ਼ਿਪ ਜਿਹੜੀ ਆਏਗੀ। ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਵੋਟਾਂ ਬਣਾਈਆਂ ਜਾਣ, ਕਹਿੰਦੇ ਜੇ ਵੋਟਾਂ ਹੀ ਨਹੀਂ ਬਣਾਈਆਂ ਜਾਣਗੀਆਂ ਤਾਂ ਫਿਰ ਅੱਗੇ ਕਿਵੇਂ ਲੀਡਰਸ਼ਿਪ ਦੀ ਚੋਣ ਕਿਵੇਂ ਹੋਏਗੀ? ਵੋਟਾਂ ਇੱਕ ਪ੍ਰਕਿਰਿਆ ਤਾਂ ਹੈ ਨਾ ਜੀ ਜਿਹੜੀ ਅਡਾਪਟ ਕਰਨੀ ਵੋਟਾਂ ਬਣਨੀਆਂ ਸ਼ੁਰੂ ਤਾਂ ਹੋਣ ਨਾ ਜੀ, ਵੋਟਾਂ ਬਣਨੀਆਂ ਸ਼ੁਰੂ ਹੀ ਨਹੀਂ ਹੋ ਰਹੀਆਂ ਅਜੇ। ਇਸ ਚਿੱਠੀ ਨਾਲ ਤਾਂ ਵੋਟਾਂ ਬਣਨ ਨਹੀਂ ਲੱਗੀਆਂ। ਇਸ ਚਿੱਠੀ 'ਚੋਂ ਐਸਾ ਕੁਛ ਨਹੀਂ ਦਿਖ ਰਿਹਾ ਕਿ ਵੀ ਵੋਟਾਂ ਡੀਸੀ ਨੇ ਕਹਿ ਦਿੱਤਾ ਕਿ ਜੀ ਮੈਂ ਦਫ਼ਤਰ ਖੋਲ੍ਹਤਾ ਹੈ ਤੇ ਵੋਟਾਂ ਬਣਾਉਣ ਲੱਗ ਜਾਓ ਆ ਕੇ, ਐਸਾ ਕੁਝ ਵੀ ਨਹੀਂ ਹੈ ਇਹਦੇ 'ਚ। ਉਹ ਅਜੇ ਉਹ ਸਥਿਤੀ ਬਹੁਤ ਦੂਰ ਹੈ, ਉਹ ਪਤਾ ਨਹੀਂ ਆਂਦੀ ਵੀ ਹੈ ਕਿ ਨਹੀਂ ਆਂਦੀ। ਇਹ ਸਾਨੂੰ ਥੋੜਾ ਵੇਟ ਕਰਨਾ ਪਏਗਾ ਕਿ ਕੀ ਡੀਸੀ ਪੰਜਾਬ ਦਾ ਕਹਿ ਦੇਗਾ ਜੀ ਮੈਂ ਵੋਟਾਂ ਬਣਾਉਣੀਆਂ ਸ਼ੁਰੂ ਕਰਤੀਆਂ ਤੇ ਮੇਰੇ ਹਲਕੇ ਦੇ ਲੋਕ ਆ ਕੇ ਆਪਣਾ ਵੋਟਰ ਰਜਿਸਟਰ ਕਰਾਉਣ। ਐਸੀ ਸਿਚੁਏਸ਼ਨ ਅਜੇ ਨਹੀਂ ਆਈ। ਇੱਕ ਚਿੱਠੀ ਕੱਢੀ ਹੈ ਤੇ ਉਹਦੇ ਵਿੱਚ ਬਾਕੀ ਸਟੇਟਾਂ ਦਾ ਕੀ ਬਣੇਗਾ, ਕਿਉਂਕਿ ਇੰਟਰ ਸਟੇਟ ਬੋਡੀ ਹੈਗੀ ਹੈ ਤੇ ਉਹ ਉੱਥੇ ਕੀ ਫੈਸਲਾ ਹੋਏਗਾ ਨਾ ਲਿਆ ਜਾਏਗਾ। ਹਾਂ, ਇਹ ਮਤਲਬ ਬਹੁਤ ਅਜੇ ਕੁਝ ਵੀ ਕਹਿਣਾ ਮੁਸ਼ਕਲ ਹੈ ਇਹਦੇ ਤੇ। ਸਮੇਂ ਤੋਂ ਪਹਿਲਾਂ ਦੀ ਗੱਲ ਤੁਸੀਂ ਕਹਿੰਦੇ। ਮਾਨ ਸਾਹਿਬ, ਤੁਸੀਂ ਕਮੈਂਟ ਕਰਨਾ ਚਾਹੁੰਦੇ ਹੋ ਇਸ ਮੁੱਦੇ ਤੇ? ਹਾਂਜੀ, ਮੈਂ ਦੋ ਗੱਲਾਂ ਨੇ ਜੀ, ਵੀ ਇੱਕ ਤਾਂ ਅਮਰਿੰਦਰ ਸਿੰਘ ਹੋਰੀ ਜਿਵੇਂ ਕਹਿ ਰਹੇ ਨੇ ਵੀ ਇੱਕ ਲੀਗਲ ਪ੍ਰੋਸੈਸ ਐਂਡ ਨੋਟੀਫਿਕੇਸ਼ਨ ਨਹੀਂ ਹੁੰਦੀ ਤਦ ਤੱਕ ਵੋਟਾਂ ਦੀ ਤਾਂ ਬਣਨ ਦੀ ਗੱਲ ਹੀ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਬਾਕੀ ਮੇਰੀ ਬੇਨਤੀ ਇਹ ਹੈ ਵੀ ਸਰ ਅਮਰਿੰਦਰ ਸਿੰਘ ਹੋਰਾਂ ਨੂੰ, ਸਰ ਜੋਗਾ ਸਿੰਘ ਹੋਰਾਂ ਨੂੰ ਔਰ ਚਾਵਲਾ ਸਾਹਿਬ ਨੂੰ ਵੀ, ਭਈ ਜਦੋਂ ਤੱਕ ਅਸੀਂ ਸਾਰੇ ਕੌਮ ਇਕੱਠੀ ਹੋ ਕੇ ਸਾਡੇ ਜਿਹੜੇ ਦੋਖੀ ਨੇ, ਜਿਹੜੀਆਂ ਸਾਡੀਆਂ ਪ੍ਰੋਬਲਮਸ ਨੇ, ਉਹਦੇ ਲਈ ਯੂਨਾਈਟਿਡ ਫਾਈਟ ਨਹੀਂ ਕਰਦੇ, ਇਹ ਕੱਲਾ ਵੋਟਾਂ ਦਾ ਮਸਲਾ ਨਹੀਂ ਹੈਗਾ ਜੀ। ਸ਼੍ਰੋਮਣੀ ਕਮੇਟੀ ਦੀ ਸਾਡੇ ਐਸਜੀਪੀਸੀ ਐਕਟ ਦੇ ਵਿੱਚ ਇੱਕ ਲਾਈਨ ਹੈ that the term of the house will be 5 years or till the next elections। ਉਹ ਔਰ till the next elections ਦੇ ਵਿੱਚ ਸਾਨੂੰ ਇਹਨਾਂ ਨੇ 75 ਸਾਲ ਤੋਂ ਕੌਮ ਨੂੰ ਭੰਬਲ ਭੁੱਸੇ ਪਾਇਆ ਹੋਇਆ। ਜਦੋਂ ਤੱਕ ਸਾਰੀ ਕੌਮ ਇਕੱਠੀ ਹੋ ਕੇ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਨਹੀਂ ਕਰਦੀ ਭਈ ਇਹ ਅਮੈਂਡਮੈਂਟ ਹੋਵੇ ਸਿੱਖ ਗੁਰਦੁਆਰਾ ਐਕਟ ਵਿੱਚ। ਅੱਜ ਤਾਂ ਇਹ ਵੀ ਪ੍ਰੋਬਲਮ ਹੈ ਨਾ ਵੀ ਜਿਊਰਿਸਡਿਕਸ਼ਨ ਕਿਹਦੀ ਹੈ ਅਮੈਂਡਮੈਂਟ। ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਹੈ ਨਾ, ਉਹਦੇ ਚ ਇਹੀ ਤਾਂ ਹੈਗਾ ਭਈ ਹਰਿਆਣਾ ਗਵਰਨਮੈਂਟ ਦੀ, ਹਰਿਆਣਾ ਲੈਜਿਸਲੇਚਰ ਦੀ ਜੁਰਿਸਡਿਕਸ਼ਨ ਹੈ ਕਿ ਸੁਪਰੀਮ ਕੋਰਟ ਦੀ ਜੁਰਿਸਡਿਕਸ਼ਨ ਹੈ, ਐਂਡ ਫਿਰ ਪਾਰਲੀਮੈਂਟ ਦੀ ਜੁਰਿਸਡਿਕਸ਼ਨ ਹੈ। ਸੋ ਅੱਜ ਹੁਣ ਚਾਵਲਾ ਸਾਹਿਬ ਜਿਹੜਾ ਅੱਜ ਦਾ ਹਾਊਸ ਹੈ, ਉਹਦੇ ਵਿੱਚ ਵੀ ਕਈ ਬੰਦੇ ਜਿਹੜੀ ਹਿੰਦੂਤਵਾ ਸੋਚ, ਜਿਹੜੀ ਬੀਜੇਪੀ ਨਾਲ ਤੁਰਨ ਨੂੰ ਤਿਆਰ ਨੇ, ਉਹ ਕੌਮ ਨੂੰ ਸਭ ਪਤਾ ਹੈ। ਜਿਹੜੇ ਅੱਜ ਸਿੱਧੀ ਨੁਮਾਇੰਦਗੀ ਜਲੰਧਰ ਬਾਈ ਇਲੈਕਸ਼ਨ 'ਚ ਜਿਨ੍ਹਾਂ ਨੇ ਬੀਜੇਪੀ ਦੀ ਸਪੋਰਟ ਕੀਤੀ ਹੈ, ਉਹ ਮੈਂਬਰ ਨਹੀਂ ਹੈਗੇ, ਗਵਰਨਮੈਂਟ ਆਫ ਇੰਡੀਆ ਉਹਨਾਂ ਨੂੰ ਯੂਜ਼ ਨਹੀਂ ਕਰੂਗੀ ਪਾਰਲੀਮੈਂਟ ਇਲੈਕਸ਼ਨ 'ਚ। ਸੋ ਇਹਨਾਂ ਨੂੰ ਵੀ ਮੇਰੀ ਬੇਨਤੀ ਹੈ, ਬਾਦਲ ਦਲ ਨੂੰ ਵੀ, ਵੀ ਜੇ ਸਿੱਖੀ ਲਈ ਆਪਾਂ ਸੁਹਿਰਦਾਂ, ਪੰਥ ਲਈ ਸੁਹਿਰਦਾਂ,
ਇਕੱਠੇ ਹੋ ਕੇ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰੀਏ ਜੀ। ਨਹੀਂ ਜੀ, ਤਾਂ ਬਿਲਕੁਲ। ਐਵੇਂ ਹੀ ਗੁਰੂ ਸਾਹਿਬ ਦੇ 7 ਸਾਲ ਹੋ ਗਏ ਬੇਅਦਬੀਆਂ ਹੁੰਦੇ ਆ, ਕੁਛ ਨਹੀਂ ਸੁਲਝਣਾ। ਇਹ ਜਿਹੜੀ ਹਿੰਦੂਤਵਾ ਜਮਾਤ ਹੈ ਕਾਬਜ਼ ਹੋ ਜਾਏਗੀ ਸਾਡੇ ਇੰਸਟੀਟਿਊਸ਼ਨਸ ਤੇ। ਜੀ ਸੋ ਮੇਰੀ ਇਹੀ ਬੇਨਤੀ ਹੈ ਆਪਾਂ ਨੂੰ ਆਪਾਂ ਸਾਰਿਆਂ ਜਵਾਬ ਨੂੰ। ਲੈਂਦੇ ਹਾਂ। ਚਾਵਲਾ ਜੀ, ਮਾਨ ਜੀ ਦਾ ਕਹਿਣਾ ਕਿ ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਸਿਰ ਜੋੜ ਕੇ ਤੁਰਨ ਦੀ ਲੋੜ ਹੈ। ਘੱਟੋ ਘੱਟ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਉਹਨਾਂ ਨੂੰ ਤਾਂ ਹਰਾਇਆ ਜਾ ਸਕੇ ਜਾਂ ਪਿੱਛੇ ਧੱਕਿਆ ਜਾ ਸਕੇ। ਇਸ ਵੇਲੇ ਕੁਝ ਅਜਿਹੀਆਂ ਧਿਰਾਂ ਹੈ ਜਿਹੜੀਆਂ ਪੰਥ ਵਿਰੋਧੀ ਤਾਕਤਾਂ ਤੇ ਘੁਸਪੈਠ ਕਰ ਰਹੀਆਂ ਪੰਥਕ ਮਾਮਲਿਆਂ ਦੇ ਅੰਦਰੂਨੀ ਖੇਤਰ 'ਚ। ਦੇਖੋ, ਸਮੇਂ-ਸਮੇਂ ਤੇ ਮਾਨ ਸਾਹਿਬ ਵੱਲੋਂ, ਵੱਡੇ ਮਾਨ ਸਾਹਿਬ ਵੱਲੋਂ, ਇਹਨਾਂ ਵੱਲੋਂ ਅੱਜ ਜਿਵੇਂ ਗੱਲ ਕੀਤੀ ਗਈ ਆ, ਉਹ ਇਸ ਗੱਲ ਦੀ ਕਾਫੀ, ਮੈਂ ਕਿਉਂਕਿ ਮੈਂ ਮਾਨ ਸਾਹਿਬ ਦੇ ਨਾਲ ਵੀ ਰਿਹਾ, ਬੜੀ ਦੇਰ ਕੰਮ ਕਰਦੇ ਰਹੇ ਆ ਜੀ, ਤੇ ਉਹ ਕਿਉਂਕਿ ਫਿਰ ਵੀ ਪੰਥਕ ਤੌਰ ਤੇ ਉਹਨਾਂ ਦੀ ਸੋਚ ਬੜੀ ਬਲਵਾਨ ਹੈ ਤੇ ਉਹ ਹਮੇਸ਼ਾ ਇਹੋ ਜਿਹੇ ਮੌਕੇ ਤੇ ਜਦੋਂ ਪੰਥ ਵਿੱਚ ਸੰਕਟ ਪੈਦਾ ਹੁੰਦੇ ਆ ਉਹ ਕੋਸ਼ਿਸ਼ ਕਰਦੇ ਆ ਕਿ ਆਪਣੇ ਹੱਲ ਹੋਵੇ। ਇਹਨਾਂ ਨੇ ਅੱਜ ਬਹੁਤ ਸੋਹਣੀ ਗੱਲ ਕਹੀ ਹੈ। ਬਿਲਕੁਲ ਇਹ ਗੱਲਾਂ ਜੇ ਸੋਚਣ ਲੱਗ ਪਏ ਫਿਰ ਤਾਂ ਕੋਈ, ਕੱਲ ਵੇਖੋ ਮਹਾਰਾਸ਼ਟਰ 'ਚ 3 ਨੌਜਵਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ, ਅੱਜ ਉਹਨਾਂ ਦੇ ਇੱਕ ਨੌਜਵਾਨ ਦੀ ਡੈਥ ਹੋ ਗਈ, ਦੋ ਬਹੁਤ ਭੈੜੀ ਤਰ੍ਹਾਂ ਬੁਰੀ ਤਰ੍ਹਾਂ ਜ਼ਖਮੀ ਹੋਏ ਪਏ ਆ। ਤੇ ਇਹ ਮਸਲੇ ਸਾਡੇ ਲਈ ਬੜੇ ਗੰਭੀਰ ਹੈ। ਅਸੀਂ ਤਾਂ ਇੱਥੇ ਆਪਦੇ ਇੱਕ ਛੋਟੇ ਜਿਹੇ ਦਾਇਰੇ 'ਚ ਲੜ ਰਹੇ ਆ ਆਪਸ 'ਚ, ਸਾਨੂੰ ਉਹ ਵੈਸੇ ਹੀ ਮਾਰ ਨੂੰ ਫਿਰਦੇ ਆ। ਕਈ ਥਾਵਾਂ ਤੇ ਘਟਨਾਵਾਂ ਵਾਪਰ ਗਈਆਂ ਜਿੱਥੇ ਸਿੱਖਾਂ ਦੇ ਮੁੰਡਿਆਂ ਨੂੰ, ਸਿੱਖਾਂ ਦੇ ਨੌਜਵਾਨਾਂ ਨੂੰ ਕੋਈ ਟਰੱਕਾਂ ਤੋਂ ਡਰਾਈਵਰ ਲਾ ਕੇ ਕਿਤੇ ਹੋਰ ਥਾਵਾਂ ਤੇ ਸਾਡੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ, ਕੁੱਟਿਆ ਗਿਆ। ਉਹਨਾਂ ਉੱਤੇ ਖੜ ਕੇ ਭੰਗੜੇ ਪਾਏ ਗਏ, ਟੱਪ ਕੇ। ਬਹੁਤ ਮਾੜੇ ਹਾਲਾਤ ਸਾਡੇ ਲਈ ਪੈਦਾ ਹੋਏ। ਆ ਕਿਸਾਨਾਂ ਨਾਲ ਜੋ ਕੁਝ ਵਾਪਰਿਆ, ਇਹ ਵੀ ਸਰਕਾਰ ਦੀ ਬਦਨੀਤੀ ਅਤੇ ਇਹਦਾ ਨਤੀਜਾ ਯੂਪੀ ਵਿੱਚ ਜਿਵੇਂ ਇੱਕ ਮੰਤਰੀ ਦੇ ਬੇਟੇ ਨੇ ਉਹ ਗੱਡੀ ਲੈ ਕੇ ਚੜਾਤੀ। ਇਹ ਸਾਨੂੰ ਪਤਾ ਕਿ ਸਾਨੂੰ ਕਿੰਨਾ ਚੀਜ਼ਾਂ ਦਾ ਫੇਸ ਕਰਨਾ ਪੈਣਾ। ਬਹੁਤ ਛੇਤੀ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਸਿੱਖਾਂ ਨੂੰ, ਬਾਹਰ ਵਿਦੇਸ਼ਾਂ ਵਾਲਿਆਂ ਨੂੰ ਕੀ ਗੱਲਾਂ ਦਾ ਨਹੀਂ ਪਤਾ। ਮੈਂ ਇਹ ਗੱਲ ਤੇਰੀ ਬੜਾ ਕਲੀਅਰ ਆ ਕਿ ਬੜੀ ਛੇਤੀ ਸਾਨੂੰ ਇਹ ਬੜਾ ਵੱਡਾ ਇੱਕ ਚੈਲੰਜ ਜਿਹੜਾ ਉਹ ਦਿੱਲੀ ਵਰਗਾ, ਕਾਨਪੁਰ ਵਰਗਾ, ਬੁਖਾਰੋ ਵਰਗਾ ਸਾਨੂੰ ਪੈਣਾ। ਉਹਦੇ ਲਈ ਸਾਨੂੰ ਤਾਂ ਉਸ ਪਾਸੇ ਧਿਆਨ ਦੇਣ ਦੀ ਲੋੜ ਆ। ਪਰ ਮੈਂ ਚਾਵਲਾ ਜੀ ਤੁਸੀਂ ਵੱਡਾ ਸਵਾਲ ਕਰ ਰਹੇ ਹੋ, ਵੱਡੀ ਗੱਲ ਕਰ ਰਹੇ ਹੋ। ਇਸੇ ਬਾਰੇ ਬਾਕੀ ਮਹਿਮਾਨਾਂ ਦੀ ਵੀ ਰਾਏ ਹੈ ਕਿ ਪੰਥਕ ਮੁੱਦਿਆਂ ਤੇ ਤਾਂ ਘੱਟੋ ਘੱਟ ਏਕਤਾ ਕੀਤੀ ਜਾ ਸਕਦੀ ਹੈ, ਕੋਈ ਪਲੇਟਫਾਰਮ ਤੇ ਸਿਰ ਜੋੜ ਕੇ ਇਕੱਠੇ ਤੁਰਿਆ ਜਾ ਸਕਦਾ ਹੈ। ਜੀ ਬਿਲਕੁਲ ਜ਼ਰੂਰੀ ਆ, ਹੋਣਾ ਵੀ ਚਾਹੀਦਾ। ਇਕੱਠੇ ਹੋਣ ਦੇ ਲਈ ਆਪਣੇ ਆਪ ਨੂੰ ਆਪਣਾ ਮਨ ਵੀ ਬਣਾਉਣਾ ਚਾਹੀਦਾ। ਜੀ ਬਿਲਕੁਲ ਠੀਕ। ਅਮਰਿੰਦਰ ਜੀ ਕਿਵੇਂ ਦੇਖਦੇ ਹੋ? ਦੇਖੋ ਇਹ ਸ਼ਬਦ ਬੜਾ ਚੰਗਾ ਲੱਗਦਾ ਹੈ, ਇਕੱਠੇ ਹੋ ਕੇ ਤੁਰਨ ਦੀ ਗੱਲ, ਸਾਂਝੀ ਸੋਚ ਵਿਚਾਰ ਕਰਨ ਦੀ ਗੱਲ। ਜਦੋਂ ਅਮਲਾਂ ਨਾਲ ਨਿਬੇੜੇ ਹੁੰਦੇ ਆ ਤਾਂ ਕਿਤੇ ਗੱਲਾਂ ਹੋਰ ਚੱਲੀਆਂ ਜਾਂਦੀਆਂ। ਕਿੰਨੀ ਕੁ ਜ਼ਰੂਰਤ ਹੈ ਜਾਂ ਜ਼ਮੀਨੀ ਹਕੀਕਤਾਂ ਕਿਹੋ ਜਿਹੀਆਂ ਜੋ ਦੇਖਦੇ ਇਹਨਾਂ ਮੁੱਦਿਆਂ ਨੂੰ? ਦੇਖੋ ਸਿੱਧੂ ਸਾਹਿਬ, ਕਹਿਣ ਨੂੰ ਇਹ ਗੱਲਾਂ ਬਹੁਤ ਸੋਹਣੀਆਂ ਲੱਗਦੀਆਂ ਕਿ ਏਕਾ ਹੋਣਾ ਚਾਹੀਦਾ, ਸਾਰੇ ਬੰਦੇ ਇੱਕ ਛਤਰ ਛਾਇਆ ਹੇਠ ਆਉਣੇ ਚਾਹੀਦੇ ਆ, ਇੱਕ ਨਿਸ਼ਾਨ ਸਾਹਿਬ ਦੇ ਥੱਲੇ ਆਉਣੇ ਚਾਹੀਦੇ ਆ। ਪਰ ਪ੍ਰੈਕਟੀਕਲੀ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਲੋਕਾਂ ਨੇ ਪਹਿਲਾਂ ਮਤਲਬ ਯੂਜ਼ ਕੀਤਾ ਪੰਥਕ ਸੈਂਟੀਮੈਂਟ ਨੂੰ, ਉਹਨਾਂ ਤੇ ਦੁਬਾਰਾ ਇਤਬਾਰ ਕਿਵੇਂ ਕਰੇ ਪੰਥ? ਮਸਲਾ ਇਹ ਹੈ ਕਿ ਜਿਹੜੇ ਬੰਦੇ ਐਕਸਪਲੋਇਟ ਕਰ ਚੁੱਕੇ ਆ ਉਸ ਸੈਂਟੀਮੈਂਟ ਨੂੰ, ਅੱਜ ਫੇਰ ਉਹ ਕਹਿਣਗੇ ਜੀ ਤੁਸੀਂ ਸਾਨੂੰ ਦੁਬਾਰਾ ਲੀਡਰ ਬਣਾ ਲਓ, ਅਸੀਂ ਤੁਹਾਨੂੰ ਨਵੀਂ ਪਾਰੀ ਖੇਡ ਕੇ ਦਿਖਾਵਾਂਗੇ। ਸੋ ਇਹ ਜਿਹੜੀ ਚਾਵਲਾ ਜੀ ਮੁਸਕਰਾਉਂਦੇ ਆ ਤੁਹਾਡੀ ਗੱਲ ਤੇ, ਕਹਿੰਦੇ ਇਹ ਗੱਲ ਨਹੀਂ ਹੈਗੀ ਇਦਾਂ ਦੀ। ਤੇ ਉਹ ਨਹੀਂ, ਮੈਂ ਓਪਨਲੀ ਕਹਿ ਰਿਹਾ ਕਿ ਜਿਹੜੇ ਬੰਦਿਆਂ ਨੇ ਐਕਸਪਲੋਇਟ ਕੀਤਾ ਪੰਥ ਨੂੰ, ਦੁਬਾਰਾ ਕਹਿਣ ਕਿ ਸਾਡੇ ਤੇ ਇੱਕ ਵਾਰੀ ਹੋਰ ਇਤਬਾਰ ਕਰੋ, ਅਸੀਂ ਦੁਬਾਰਾ ਨਵੀਂ ਬਾਜੀ ਖੇਡਾਂਗੇ, ਤੇ ਉਹ ਤੇ ਦੁਬਾਰਾ ਪੰਥ ਕਿਵੇਂ ਇਤਬਾਰ ਕਰੇ? ਇਹ ਚੀਜ਼ ਜਿਹੜੀ ਆ ਪ੍ਰੋਬਲਮ ਹੈ। ਫੇਸਿਸ ਜਿਹੜੇ ਆ ਚੇਂਜ ਹੋਣੇ ਚਾਹੀਦੇ ਆ, ਤਾਂ ਹੀ ਪੰਥ ਉਹਨਾਂ ਤੇ ਇਤਬਾਰ ਕਰ ਸਕਦਾ। ਜੇ ਉਹ ਸੇਮ ਓਲਡ ਫੇਸਿਸ ਕਹਿਣ ਕਿ ਜੀ ਅਸੀਂ ਦੁਬਾਰਾ ਆ ਗਏ ਹਾਂ, ਹੁਣ ਅਸੀਂ ਤੁਹਾਡੀਆਂ ਗੱਲਾਂ ਦੇ ਨਾਲ ਸਹਿਮਤ ਹਾਂ, ਨਵਾਂ ਅਸੀਂ ਏਜੰਡਾ ਲਿਆ, ਉਹ ਤੇ ਇਤਬਾਰ ਹੀ ਨਹੀਂ ਹੋ ਸਕਦਾ ਤੇ ਨਾ ਪੰਥ ਨੂੰ ਇਤਬਾਰ ਕਰਨਾ ਚਾਹੀਦਾ। ਜਿਹੜੀ ਗੱਲ ਮਾਨ ਸਾਹਿਬ ਨੇ ਕੀਤੀ ਹੈ ਕਿ ਬਈ ਏਕਾ ਹੋਣਾ ਚਾਹੀਦਾ, ਏਕਾ ਤਾਂ ਬਿਲਕੁਲ ਹੋਣਾ ਚਾਹੀਦਾ, ਪਰ ਏਕੇ ਦੇ ਵਿੱਚ ਅਸੀਂ ਆਪਣਾ ਮਤਲਬ ਵਿਵੇਕ ਵੀ ਲਾਣਾ ਕਿ ਬਈ ਜਿਹੜਾ ਅਸੀਂ ਏਕਾ ਕਰ ਰਹੇ ਹਾਂ ਕੀ ਉਹ ਥਰੂ ਜਾਏਗਾ? ਉਹ ਜੇ ਥਰੂ ਨਹੀਂ ਜਾਏਗਾ, ਪਹਿਲਾਂ ਵਾਲਾ ਹੀ ਉਹਦਾ ਹਾਲ ਹੋਏਗਾ, ਫਿਰ ਤਾਂ ਜੋ ਅਸੀਂ ਹੈਗੇ ਆ ਉੱਥੇ ਹੀ ਖੁਆਰ ਹੁੰਦੇ ਰਹੋ ਦੁਬਾਰਾ। ਸੋ ਜੇ ਆਪਾਂ ਨੇ ਇਸ ਖੁਆਰੀ ਤੋਂ ਬਚਣਾ ਹੈ ਤੇ ਸਾਨੂੰ ਕੰਕਰੀਟ ਹੋ ਕੇ, ਨਿਰਪੱਖ ਹੋ ਕੇ ਜਿਹੜਾ ਉਹ ਕਰਨਾ ਪਏਗਾ, ਤਾਂ ਇਹ ਚੀਜ਼ ਸਕਸੈਸਫੁਲ ਹੋਏਗੀ। ਨਹੀਂ ਤਾਂ ਖੁਆਰੀ ਤਾਂ ਹੈ ਹੀ ਹੈ, ਉਹ ਹੁਣ ਵੀ ਹੈ, ਤੇ ਉਹਨਾਂ ਹੀ ਲੀਡਰਾਂ ਦੇ ਮਗਰ ਫਿਰ ਲੱਗ ਜਾਵਾਂਗੇ, ਫਿਰ ਵੀ ਖੁਆਰੀ ਉਹ ਹੈ। ਚਾਵਲਾ ਜੀ ਦਿਓਗੇ ਜਵਾਬ? ਫਿਰ ਮੈਂ ਬਾਕੀ ਮਹਿਮਾਨਾਂ ਤੋਂ ਵੀ ਸਵਾਲ ਲੈਣੇ ਆ। ਮੇਰਾ ਤਾਂ ਸੇਵ ਉਹੀ ਹੈ ਜੀ ਵੀ ਕਿਸੇ ਦੇ ਬੋਲਣ ਤੇ ਪਾਬੰਦੀ ਨਹੀਂ, ਜੋ ਮਰਜੀ ਦਿਲ ਚ ਹੁੰਦਾ ਕਹਿ ਦੇਣਾ ਚਾਹੀਦਾ, ਠੀਕ ਹੈ, ਉਹਨਾਂ ਦਾ ਆਪਣਾ ਵਿਚਾਰ ਹੈ। ਕਿਉਂਕਿ ਮੈਨੂੰ ਤਾਂ ਇੰਨਾ ਪਤਾ, ਜੇ ਮੈਂ ਭੁੱਲਦਾ ਨਾ ਹੋਵਾਂ ਕਿ ਅਮਰਿੰਦਰ ਸਿੰਘ ਹੋਣੀ ਖੁਦ ਅਕਾਲੀ ਦਲ ਦੀ ਟਿਕਟ ਤੇ ਇਲੈਕਸ਼ਨ ਲੜ ਚੁੱਕੇ ਆ। ਮੈਂ ਖੁਦ ਅਕਾਲੀ ਹਾਂ, ਮੈਂ ਹੁਣ ਵੀ ਅਕਾਲੀ ਹਾਂ, ਮੈਂ ਕਹਿੰਦਾ ਹੀ ਨਹੀਂ ਮੈਂ ਅਕਾਲੀ ਨਹੀਂ ਹਾਂ। ਉਸੇ ਪਾਰਟੀ ਦੇ ਵੇਲੇ ਉਦੋਂ ਆਪ ਟਿਕਟ ਲਈ ਤੇ ਦੋਸ਼ ਤਾਂ ਉਦੋਂ ਵੀ ਸਨ, ਜਦੋਂ ਚਲੋ ਉਦੋਂ ਬਰਗਾੜੀ ਬਾਈਬਲ ਕਲਾ ਨਹੀਂ ਸੀ ਹੋਇਆ, ਉਦੋਂ ਬਰਗਾੜੀ ਬਾਈਬਲ ਕਲਾ ਨਹੀਂ ਸੀ ਹੋਇਆ ਚਾਵਲਾ ਸਾਹਿਬ।
ਕੱਲਾ ਬਾਈਬਲ ਕਲਾ ਦਾ ਮਸਲਾ ਨਹੀਂ, ਆਪੇ ਬਹਾਨਾ ਹੈ। ਚਲੋ ਤੁਹਾਡੀ ਨਿਗਾਹ 'ਚ ਬਹਾਨਾ ਹੋਏਗਾ। ਲੇਕਿਨ ਦੇਖੋ ਮਾਨ ਸਾਹਿਬ ਉਦੋਂ ਵੀ ਅਕਾਲੀ ਦਲ ਦੇ ਉੱਠ ਖੜਦੇ ਸੀ, ਉਦੋਂ ਬਾਈਬਲ ਕਲਾ ਥੋੜੀ ਹੋਇਆ ਸੀ। ਮਾਨ ਸਾਹਿਬ ਦੀ ਆਪਣੀ ਆਈਡੀਓਲੋਜੀ ਹੈ, ਇਹ ਕੋਈ ਮਸਲਾ ਨਹੀਂ। ਉਦੋਂ ਬਾਈਬਲ ਕਲਾ ਮਸਲਾ ਹੋਇਆ ਸੀ। ਤੁਸੀਂ ਤੁਹਾਡੀ ਨਿਗਾਹ 'ਚ ਮਸਲਾ ਨਹੀਂ ਹੋਏਗਾ, ਸਾਡੀ ਨਿਗਾਹ 'ਚ ਮਸਲਾ ਹੈਗਾ। ਅੱਜ ਵੀ ਮਾਨ ਸਾਹਿਬ ਪੰਥਕ ਜਜ਼ਬਾ ਰੱਖਦੇ, ਅੱਜ ਵੀ ਵਧੀਆ ਗੱਲ ਕਰਦੇ। ਚਾਵਲਾ ਸਾਹਿਬ ਤੁਹਾਡੀ ਨਿਗਾਹ 'ਚ ਮਸਲਾ ਨਹੀਂ ਹੋਏਗਾ, ਸਾਡੀ ਨਿਗਾਹ 'ਚ ਤਾਂ ਮਸਲਾ ਹੀ ਇਹੀ ਹੈ। ਸਾਡੀ ਨਿਗਾਹ 'ਚ ਮਸਲਾ ਹੀ ਇਹੀ ਹੈ, ਤੁਹਾਡੀ ਨਿਗਾਹ 'ਚ ਮਸਲਾ ਹੀ ਨਹੀਂ ਹੈ। ਇਹੀ ਤਾਂ ਆਈਡੀਓਲੋਜੀਕਲ ਕਲੈਸ਼ ਹੈ ਸਾਡਾ। ਤੁਸੀਂ ਬਰਗਾੜੀ ਬਾਈਬਲ ਕਲਾਮ ਨੂੰ ਕਹਿ ਰਹੇ ਹੋ ਮਸਲਾ ਨਹੀਂ ਹੈ, ਸਾਡੀ ਨਿਗਾਹ 'ਚ ਮਸਲਾ ਹੀ ਸਿਰਫ ਇਹੀ ਹੈ। ਅਮਰਿੰਦਰ ਐਵੇਂ ਨਾ ਗੱਲਾਂ ਨੂੰ ਟਵਿਸਟ ਨਹੀਂ ਦੇਈਦਾ। ਮੈਂ ਕਦੋਂ ਕਹਿੰਦਾ ਮਸਲਾ ਨਹੀਂ, ਬਹੁਤ ਵੱਡਾ ਮਸਲਾ। ਲੇਕਿਨ ਮੈਂ ਤੇਰੇ ਲਈ ਕਹਿ ਰਿਹਾ ਕਿ ਜਦੋਂ ਤੁਸੀਂ ਪਾਰਟੀ ਦੀ ਟਿਕਟ ਲੜੀ ਸੀ ਉਦੋਂ ਬਾਈਬਲ ਕਲਾਮ ਨਹੀਂ ਸੀ। ਹਾਂ ਨਹੀਂ ਸੀਗਾ ਉਦੋਂ ਲੇਕਿਨ ਮਾਨ ਸਾਹਿਬ ਤੋਂ ਉਦੋਂ ਵੀ ਸਾਡੇ ਉਲਟ ਸੀ, ਬਿਲਕੁਲ ਉਲਟ ਸੀਗੇ। ਮਾਨ ਸਾਹਿਬ ਖੜੇ ਸੀ ਨਾ ਪੰਥਕ ਤੌਰ ਤੇ। ਹਾਂ ਤੁਸੀਂ ਕਿੱਥੇ? ਅਸੀਂ ਅਕਾਲੀ ਦਲ ਸੀਗੇ, ਮੈਂ ਅਕਾਲੀ ਦਲ ਸੀਗਾ। ਮੈਂ ਹੁਣ ਆਪਣੇ ਘਰ ਬੈਠਾ, ਮੈਂ ਅਜੇ ਵੀ ਮਾਨ ਸਾਹਿਬ ਨਾਲ ਨਹੀਂ ਹੈ, ਮੈਂ ਅਜੇ ਵੀ ਮਾਨ ਸਾਹਿਬ ਦੇ ਨਾਲ ਨਹੀਂ ਹੈ। ਚਲੋ ਤੁਹਾਡੇ ਦੋਨਾਂ ਦੀ ਗੱਲ ਆ ਗਈ, ਦੋਨਾਂ ਦਾ ਵਿਊ ਬਣਾ ਗਿਆ, ਆਪਾਂ ਬਾਕੀ ਮਹਿਮਾਨਾਂ ਦੀ ਰਾਏ ਵੀ ਲੈ ਲਈਏ। ਜੋਗਾ ਸਿੰਘ ਜੀ, ਇੱਕ ਸਵਾਲ ਹੋਰ ਵੀ ਇਸ ਮੁੱਦੇ ਤੇ ਵਿਚਾਰ ਕੀਤੀ ਜਾਣੀ ਬਣਦੀ ਹੈ। ਜਿਹੜਾ ਪੱਤਰ ਲਿਖਿਆ ਗਿਆ ਹੈ ਗੁਰਦੁਆਰਾ ਕਮਿਸ਼ਨ ਵੱਲੋਂ, ਉਹ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ, ਨਾ ਉਹਦੇ 'ਚ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਨਾ ਹਿਮਾਚਲ ਹੈ, ਨਾ ਯੂਟੀ ਹੈ, ਨਾ ਹਰਿਆਣਾ। ਕੀ ਇਹ ਸਥਿਤੀ ਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਅਧਿਕਾਰ ਖੇਤਰ ਹੈ, ਉਹ ਅਧਿਕਾਰ ਖੇਤਰ ਨੂੰ ਘਟਾਇਆ ਜਾ ਰਿਹਾ ਜਾਂ ਜਾਣਬੁੱਝ ਕੇ ਅਜਿਹਾ ਕੀਤਾ ਗਿਆ? ਜੇ ਨਹੀਂ ਮੁਕੰਮਲ ਹੋਏਗਾ ਤਾਂ ਕਿੱਦਾਂ ਜਨਰਲ ਚੋਣਾਂ ਹੋ ਸਕਦੀਆਂ? ਜੋਗਾ ਸਿੰਘ ਜੀ, ਕੀ ਪੰਜਾਬ 'ਚ ਇਕੱਲੇ 'ਚ ਚੋਣਾਂ ਹੋ ਸਕਦੀਆਂ? ਮੈਂ ਤੁਹਾਡੇ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਚਾਵਲਾ ਸਾਹਿਬ ਨੂੰ ਇੱਕ ਗੱਲ ਪੁੱਛਾਂਗਾ ਜੀ। ਇਹ ਕਹਿੰਦੇ ਆ ਕਿ ਅਮਰਿੰਦਰ ਸਿੰਘ ਜੀ ਅਕਾਲੀ ਦਲ ਦੀ ਟਿਕਟ ਤੋਂ ਮੈਂਬਰ ਬਣੇ ਸੀ। ਚਾਵਲਾ ਸਾਹਿਬ ਸਾਨੂੰ ਦੱਸ ਸਕਦੇ ਆ ਕਿ ਅਮਰਿੰਦਰ ਸਿੰਘ ਜੀ ਨੂੰ ਕਿਸ ਵਜ੍ਹਾ ਕਰਕੇ ਅਕਾਲੀ ਦਲ ਨੇ ਟਿਕਟ ਦੇਈ ਸੀ? ਇਹਨਾਂ ਦੀ ਕੀ ਕੁਰਬਾਨੀ ਸੀ? ਸਾਨੂੰ ਵੀ ਥੋੜਾ ਜਿਹਾ ਪਤਾ ਲੱਗ ਜਾਵੇ। ਚਾਵਲਾ ਜੀ ਦਿਓਗੇ ਜਵਾਬ? ਟਿਕਟਾਂ ਵੰਡਣ ਵੇਲੇ ਮੈਂ ਨਾਲ ਨਹੀਂ ਸੀ ਨਾ, ਜਦੋਂ ਅਮਰਿੰਦਰ ਸਿੰਘ ਲੜਿਆ ਉਦੋਂ ਮੈਂ ਨਹੀਂ ਸੀ ਮੈਂਬਰ, ਮੈਨੂੰ ਨਹੀਂ ਪਤਾ। ਮੈਂ ਉਦੋਂ ਮੈਂ ਐਸਜੀਪੀਸੀ ਦਾ ਮੈਂਬਰ ਨਹੀਂ ਸੀ ਨਾ ਅਸੀਂ ਘਰ ਕੱਟਾ ਲਿਆ। ਅਸੀਂ ਵੀ ਬੜੇ ਚੱਡੇ ਪੜਵਾਏ ਆ ਚਾਵਲਾ ਸਾਹਿਬ। ਮੈਂ ਅਸੀਂ ਵੀ 4-4 ਚਾਵਲਾ ਸਾਹਿਬ ਨਹੀਂ ਅਸੀਂ ਵੀ ਪੁੱਠੇ ਲੜਕੇ। ਮੈਂ ਤੁਹਾਡੀ ਕਾਲਣਾ ਨੂੰ ਨਹੀਂ ਚਾਵਲਾ ਸਾਹਿਬ, ਮੈਂ ਤੁਹਾਡੀ ਕਾਲਣਾ ਨੂੰ ਨਹੀਂ ਘਟਾ ਕੇ ਦੇਖ ਰਿਹਾ। ਮੈਂ ਤਾਂ ਇਹ ਪੁੱਛਦਾ ਅਮਰਿੰਦਰ ਸਿੰਘ ਜੀ ਨੂੰ ਕਿਹੜੀ ਕਾਲਣਾ ਦੇ ਕਰਕੇ? ਨਹੀਂ ਦੇਖ ਹੀ ਰਹੇ, ਹੋਰ ਕੀ ਕਰ ਰਹੇ? ਇਹੀ ਹੁੰਦਾ ਕਿ ਅਮਰਿੰਦਰ ਦੀ ਘਾਲਣਾ ਤੇ ਉਹਨੇ ਕੀ ਕੀਤਾ ਮੈਨੂੰ ਤਾਂ ਪਤਾ ਹੀ ਨਹੀਂ। ਟਿਕਟ ਘਾਲਣਾ ਕਰਕੇ ਦਿੱਤੀ ਤੇ ਕਿ ਕਾਹਦੇ ਲਈ ਦਿੱਤੀ? ਨਹੀਂ ਮੈਂ ਤਾਂ ਪੁੱਛੇ ਰਿਹਾ ਜੀ। ਗੱਲ ਸੁਣੋ, ਬੀਬੀ ਪ੍ਰੀਤਮ ਕੌਰ ਦੀ ਘਾਲਣਾ ਘੱਟ ਸੀ, ਜਿਹੜੀ ਵਿਚਾਰੀ ਭਾਲੀ ਤੋਂ ਲੜੀ, ਉਹ ਵੋਟਾਂ ਹਾਰ ਗਈ। ਉਹਦਾ ਮੁੰਡਾ ਛਾਤੀ ਤੇ ਮਰ ਗਿਆ ਸੀ, ਸ਼ਹੀਦ ਹੋ ਗਿਆ ਸੀ ਪ੍ਰਕਰਮਾਂ ਦੇ ਵਿੱਚ, ਛਾਤੀ ਉੱਤੇ ਇੱਕ ਕੁਝ ਮਹੀਨਿਆਂ ਦਾ ਬੱਚਾ। ਉਹ ਇਲੈਕਸ਼ਨ ਲੜੀ, ਉਦੋਂ ਵੋਟਾਂ ਕਿਸੇ ਸਿੱਖ ਨੇ ਨਹੀਂ ਪਾਈਆਂ ਉਹਨੂੰ। ਇਹ ਘਾਲਣਾ ਵਾਲੀ ਗੱਲ ਜਿਹੜੀ ਨਾ ਆਪਾਂ ਕਰ ਦਿੰਦੇ ਆ, ਬਹੁਤ ਕੁਝ ਵਾਪਰਦਾ ਉਹ ਸਾਨੂੰ ਪਤਾ, ਅਸੀਂ ਵੇਖਿਆ। ਅਸੀਂ ਜੇਲਾਂ ਕੱਟੀਆਂ, ਸਾਨੂੰ ਜੇਲਾਂ 'ਚ ਬੈਠਿਆਂ ਨੂੰ ਗਦਾਰ ਕਹਤਾ ਸੀ। ਛੱਤਾਂ ਪੁੱਠੇ ਲੜਕਦੇ ਰਹੇ, ਸਾਨੂੰ ਕਹਿੰਦੇ ਗਦਾਰ ਜੇਲਾਂ 'ਚ ਜਾਂਦੇ ਆ, ਗਦਾਰ ਚੱਡੇ ਪੜਾਉਂਦੇ। ਨਹੀਂ ਫਿਰ ਤੁਹਾਨੂੰ ਤਾਂ ਚਾਵਲਾ ਸਾਹਿਬ, ਜੇ ਤੁਸੀਂ ਪੰਥ ਲਈ ਕੁਝ ਕੀਤਾ, ਤੁਹਾਨੂੰ ਤਾਂ ਪੰਥ ਨੇ ਬਾਦਲਾਂ ਨੇ ਜਾਂ ਜਿਹਨੇ ਵੀ ਲਾ ਲਓ, ਤੁਹਾਨੂੰ ਤਾਂ ਟਿਕਟਾਂ ਦਿੱਤੀਆਂ ਵੀ ਹੈ, ਨਵਾਜਿਆ ਵੀ ਹੈ। ਜੇ ਅਮਰਿੰਦਰ ਸਿੰਘ ਨੂੰ ਜੇ ਅਮਰਿੰਦਰ ਸਿੰਘ ਨੂੰ ਇੱਕ ਟਿਕਟ ਦੇਤੀ, ਇਹਨੇ ਵੀ ਕੁਰਬਾਨੀ ਕੋ ਕੀਤੀ ਹੋ ਹੈ। ਜੇ ਇਹਨੂੰ ਟਿਕਟ ਦੇਤੀ, ਬਾਰ-ਬਾਰ ਇਹਦਾ ਜ਼ਿਕਰ ਕਰੀ ਜਾਂਦੇ ਆ। ਤੁਸੀਂ ਗੱਲ ਨਹੀਂ ਸਮਝਦੇ, ਤੁਸੀਂ ਮੇਰੀ ਗੱਲ ਨੂੰ ਪੂਰੀ ਸੁਣਦੇ ਨਹੀਂ ਜਾਂ ਦੀ ਭਾਵਨਾ ਨਹੀਂ ਸਮਝਦੇ। ਗੱਲ ਨੂੰ ਨਾ ਪਤਾ ਕੀ ਹੁੰਦਾ, ਸਾਰਾ ਕੁਝ ਆਪਾਂ ਇੱਕ ਲਾਈਨ ਨਹੀਂ ਡਿਸਾਈਡ ਕਰ ਸਕਦੇ। ਮੇਰਾ ਕਹਿਣ ਤੋਂ ਭਾਵ ਸੀ ਕਿ ਜਿਵੇਂ ਅਮਰਿੰਦਰ ਸਿੰਘ ਹੁਣੀ ਅਕਾਲੀ ਦਲ ਦੇ ਚ ਆ ਕੇ ਲੜੇ, ਉਦੋਂ ਵੀ ਅਕਾਲੀ ਦਲ ਉੱਤੇ 100 ਤਰ੍ਹਾਂ ਦੇ ਦੋਸ਼ ਸੀ, 100 ਤਰ੍ਹਾਂ ਦੇ। ਉਦੋਂ ਵੀ ਮਾਨ ਸਾਹਿਬ ਨਾਲ ਰਲ ਕੇ ਅਕਾਲੀ ਦਲ ਨਾਲ, ਉਦੋਂ ਹੋਰ ਕਈ ਜਥੇਦਾਰ ਗੁਰਚਰਨ ਸਿੰਘ, ਜਿੱਥੋਂ ਤੱਕ ਮੈਨੂੰ ਪਤਾ, ਜਥੇਦਾਰ ਗੁਰਚਰਨ ਸਿੰਘ ਟੌੜਾ ਉਹਨਾਂ ਨੇ ਇਹਨਾਂ ਨੂੰ ਟਿਕਟ ਦਿੱਤੀ ਸੀ। ਸ਼ਾਇਦ ਉਹ ਪੁੱਛ ਲਿਓ ਅਮਰਿੰਦਰ ਸਿੰਘ ਉਹਨਾਂ ਨੂੰ ਕਿ ਕਿਸ ਵਜ੍ਹਾ ਕਰਕੇ ਦਿੱਤੀ ਸੀ। ਸਿੱਧੂ ਸਾਹਿਬ ਮਾੜਾ ਜਿਹਾ ਕਲੀਅਰ ਕਰਾ ਦਿਓ। ਜਵਾਬ ਲੈ ਲੈਣੇ ਆ ਅਮਰਿੰਦਰ ਜੀ ਤੋਂ।
ਮਨਿੰਦਰ ਜੀ ਤੁਹਾਡੇ ਬਾਰੇ ਸਵਾਲ ਹੋ ਰਿਹਾ, ਤੁਸੀਂ ਦਿਓਗੇ ਜਵਾਬ? ਦੇਖੋ ਬਿਲਕੁਲ ਕਿ ਕਿਉਂ ਟਿਕਟ ਮਿਲੀ ਤੁਹਾਨੂੰ ਦੇਖੋ ਐਸਜੀਪੀਸੀ ਦੀ? ਜੋਗਾ ਸਿੰਘ ਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਮੈਨੂੰ ਟਿਕਟ ਦਿੱਤੀ ਸੀ ਤੇ ਵਜ੍ਹਾ ਤਾਂ ਉਹ ਜਥੇਦਾਰ ਸਾਹਿਬ ਆਪ ਹੀ ਦੱਸ ਸਕਦੇ ਕਿ ਉਹ ਵਜ੍ਹਾ ਕੀ ਸੀ, ਲੇਕਿਨ ਮੇਰੀ ਉਹਨਾਂ ਦੇ ਨਾਲ ਬਹੁਤ ਨੇੜਤਾ ਸੀ ਤੇ ਨੇੜਤਾ ਮੇਰੀ ਬੜੇ ਪੁਰਾਣੇ ਸਮੇਂ ਤੋਂ ਉਹਨਾਂ ਦੇ ਨਾਲ ਨੇੜਤਾ ਸੀ, ਜੇਲ੍ਹ ਦੇ ਵਿੱਚ ਹੀ ਨੇੜਤਾ ਉਹਨਾਂ ਨਾਲ ਹੋ ਗਈ ਸੀ ਤੇ ਉਹਨਾਂ ਨਾਲ ਪ੍ਰੇਮ ਪਿਆਰ ਵੀ ਸੀਗਾ ਤੇ ਇਸ ਕਰਕੇ ਉਹਨਾਂ ਨੇ ਮੈਨੂੰ ਇਸ ਟਿਕਟ ਦੇ ਕੇ ਇਹ ਸੇਵਾ ਦਾ ਮੌਕਾ ਦਿੱਤਾ ਸੀ ਤੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਤੇ ਇਹ ਉਹੀ ਮੈਨੂੰ ਅਕਾਲੀ ਦਲ 'ਚ ਲੈ ਕੇ ਆਏ ਸੀ ਤੇ ਉਹਨਾਂ ਦੇ ਜਾਣ ਤੋਂ ਬਾਅਦ ਤਾਂ ਕੋਈ ਮਤਲਬ ਜਿੱਥੇ ਮੈਂ ਹੈ ਉੱਥੇ ਮੈਂ ਬੈਠਾ ਮੈਂ ਅੱਜ ਵੀ ਮਨੋਂ ਤਾਂ ਮੈਂ ਅਕਾਲੀ ਹੈਗਾ, ਭਾਵੇਂ ਉਹ ਮਾਨ ਅਕਾਲੀ ਹੋਵੇ, ਭਾਵੇਂ ਬਾਦਲ ਅਕਾਲੀ ਹੋਵੇ, ਭਾਵੇਂ XYZ ਕਿਸੇ ਵੀ ਸ਼ੇਡ ਦਾ ਅਕਾਲੀ ਹੋਵੇ, ਢੀਂਡਸਾ ਅਕਾਲੀ ਹੋਵੇ, ਕੋਈ ਅਕਾਲੀ ਹੋਵੇ, ਅਕਾਲੀ ਦਲ 'ਚ ਤਾਂ ਮੈਂ ਕਿ ਕਾਂਗਰਸ 'ਚ ਨਹੀਂ ਗਿਆ। ਸਾਡੇ ਨਾਲ ਦੇ ਬੰਦੇ ਬਹੁਤ ਸਾਰੇ ਕਾਂਗਰਸ ਵੀ ਚਲੇ ਗਏ ਹੈ, ਬਹੁਤ ਸਾਰੇ ਆਮ ਆਦਮੀ 'ਚ ਵੀ ਚਲੇ ਗਏ ਹੈ, ਲੇਕਿਨ ਮੈਂ ਕਿਸੇ ਪਾਰਟੀ 'ਚ ਨਹੀਂ ਗਿਆ। ਮੈਂ ਅਕਾਲੀ ਦਲ ਦੇ ਵਿੱਚ ਹੀ ਹੈ ਤੇ ਮੈਂ ਅਕਾਲੀ ਹੀ ਰਹਿਣਾ ਤੇ ਮੈਂ ਘਰ ਬੈਠਾ ਆਪਣਾ। ਜਦੋਂ ਕੋਈ ਅਕਾਲੀ ਦਲ ਸਮਝੇਗਾ ਕਿ ਸਾਡੀ ਲੋੜ ਹੈਗੀ ਹੈ ਤੇ ਉਹ ਆਵਾਜ਼ ਮਾਰੇਗਾ ਤੇ ਆਪਾਂ ਹਾਜ਼ਰ ਹੋ ਜਾਾਂਗੇ। ਪਰ ਜਿੱਥੇ ਤੱਕ ਚਾਵਲਾ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਵੀ ਤੁਸੀਂ ਮਸਲਾ ਤਾਂ ਬਾਈਬਲ ਕਲਾਮ ਬਰਗਾੜੀ ਦਾ ਹੈਗਾ, ਉਹ ਉਸ ਇਸ਼ੂ ਦੇ ਉੱਪਰ ਆਪਾਂ ਕਿਵੇਂ ਟਰਸਟ ਕਰੀਏ ਲੀਡਰਸ਼ਿਪ ਨੂੰ, ਮਸਲਾ ਇਹ ਹੋ ਰਿਹਾ। ਗੱਲ ਡਿਬੇਟੇਬਲ ਗੱਲ ਇਹ ਹੈ, ਵੱਡਾ ਸਵਾਲ ਹੈ, ਹੁਣ ਸਮਾਂ ਵੀ ਨਹੀਂ ਹੈ ਚਾਵਲਾ ਜੀ, ਕਿਉਂਕਿ ਵੱਡੀ ਗੱਲ ਵੱਡਾ ਕੁਐਸਚਨ ਲਿਆ ਗਿਆ। 2 ਲਾਈਨਾਂ ਦਾ ਜਵਾਬ ਮੈਂ ਜ਼ਰੂਰ ਚਾਹਾਂਗਾ ਕਿਉਂਕਿ ਇਸ ਮੁੱਦੇ ਤੇ ਜਵਾਬ ਤਾਂ ਬਣਦਾ ਪਰ ਸਮੇਂ ਦੀ ਮਜਬੂਰੀ ਹੈ। ਦੇਖੋ ਬਾਈਬਲ ਕਲਾਮ ਦਾ ਮੁੱਦਾ ਬਹੁਤ ਵੱਡਾ, ਜਿੱਡਾ ਵੱਡਾ ਇਹਨਾਂ ਵਾਸਤੇ ਆ ਉਹਨਾਂ ਵੱਡਾ ਹੀ ਸਾਡੇ ਵਾਸਤੇ ਆ। ਇਹ ਸਾਰੇ ਪੰਥ ਵਾਸਤੇ, ਜਿਸ ਕਿਸੇ ਦੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਸਥਾ ਹੈ ਉਸ ਹਰ ਸਿੱਖ ਲਈ, ਚਾਹੇ ਉਹ ਸਹਿਜਧਾਰੀ ਸਿੱਖ ਵੀ ਹੈ, ਜੇ ਉਹਦਾ ਗੁਰੂ ਨਾਲ ਪਿਆਰ ਹੈ ਤਾਂ ਉੱਥੇ ਗੱਲ ਹੈਗੀ। ਲੇਕਿਨ ਉਹਦੇ ਚ ਅਕਾਲੀ ਦਲ ਨੂੰ ਆਪਾਂ ਦੋਸ਼ ਦੇਣਾ ਸਿੱਧੇ ਰੂਪ ਚ ਉਹ ਥੋੜਾ ਜਿਹਾ ਇੱਥੇ ਆ ਕਿ ਇੱਕ ਰਾਜਨੀਤਿਕ ਖਰੀਵਾ ਪੈਂਦਾ ਕਿ ਸਰਕਾਰ ਸੀ, ਸਰਕਾਰ ਦੇ ਸਿਰ ਦੋਸ਼ ਆ ਗਿਆ ਤੇ ਉਹ ਦੋਸ਼ ਨੂੰ ਜਿਸ ਢੰਗ ਦੇ ਨਾਲ ਬਣਾਇਆ ਮੰਨਿਆ ਗਿਆ ਉਹਦੇ ਕਿਤੇ ਨਾ ਕਿਤੇ ਗਲਤੀ ਜ਼ਰੂਰ ਸਰਕਾਰ ਦੀ ਹੈ ਕਿ ਉਹ ਸਰਕਾਰ ਦੇ ਸਮੇਂ 'ਚ ਹੋਇਆ, ਲੇਕਿਨ ਸਰਕਾਰ ਨੇ ਨਹੀਂ ਕੀਤਾ, ਨਾ ਅਕਾਲੀ ਲੀਡਰਸ਼ਿਪ ਨੇ ਕੀਤਾ। ਸਾਰੇ ਜਿੰਨੇ ਵੀ ਉਹ ਅਕਾਲੀ ਲੀਡਰਸ਼ਿਪ ਦੇ ਜਿੰਨੇ ਵੀ ਪ੍ਰਕਾਸ਼ ਸਿੰਘ ਬਾਦਲ ਸੀ ਜਾਂ ਸੁਖਬੀਰ ਸਿੰਘ ਬਾਦਲ ਆ, ਤੁਹਾਡਾ ਵਿਊ ਬਣਾ ਗਿਆ ਲੰਮਾ ਇਸ਼ੂ ਹੈ ਤੁਹਾਡਾ ਵਿੱਚ ਉਹਨਾਂ ਦੇ ਪ੍ਰਕਾਸ਼ ਆ, ਪਾਠ ਕਰਦੇ ਆ, ਸਭ ਕੁਝ ਹੈ। ਧੰਨਵਾਦ ਚਾਵਲਾ ਸਾਹਿਬ, ਗੱਲ ਆ ਗਈ ਤੁਹਾਡੀ। ਇੰਨਾ ਵੱਡਾ ਉਹਨਾਂ ਜੋ ਕੀਤਾ ਅੱਜ ਉਹਦੀ ਸਜ਼ਾ ਵੀ ਭੁਗਤ ਰਹੇ ਆ। ਤੁਹਾਡੀ ਗੱਲ ਆ ਗਈ ਗੱਲ, ਤੁਹਾਡਾ ਵਿਊ ਬਣਾ ਗਿਆ। ਥੈਂਕ ਯੂ ਵੈਰੀ ਮਚ। ਜੋਗਾ ਸਿੰਘ ਜੀ ਸਮਾਂ ਬਿਲਕੁਲ ਹੀ ਨਹੀਂ ਹੈ, 2 ਲਾਈਨਾਂ ਦਾ ਕਮੈਂਟ। ਜਦੋਂ ਐਸਜੀਪੀਸੀ ਦੀ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਜਿਸ ਮੁੱਦੇ 'ਤੇ ਆਪਾਂ ਚਰਚਾ ਕੀਤੀ ਹੈ, ਤੁਹਾਡੀ ਕੀ ਰਾਏ ਹੈ ਕਿ ਜੋ ਵੀ ਟੈਕਨੀਕਲ ਪ੍ਰੋਬਲਮ ਹੈਗੀਆਂ ਉਹਨਾਂ ਨੂੰ ਦੂਰ ਕਰਕੇ ਫੌਰੀ ਤੌਰ ਤੇ ਐਸਜੀਪੀਸੀ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਅੱਗੇ ਵਧਣਾ ਚਾਹੀਦਾ, ਚਾਹੇ ਪੰਜਾਬ ਹੈ, ਹਰਿਆਣਾ ਜਾਂ ਹਿਮਾਚਲ ਯੂਟੀ ਹੈ? ਦੇਖੋ ਜੀ, ਮੈਂ ਹੁਣੇ ਦੇਖ ਰਿਹਾ ਸੀਗਾ ਕੱਲ ਬਲਜੀਤ ਸਿੰਘ ਦਾਦੂਵਾਲ ਉਹਨੇ ਵੀ ਹਰਿਆਣੇ ਦੇ ਜਿਹੜੇ ਲਾਏ ਹੋਏ ਆ ਇੰਚਾਰਜ ਉਹਨਾਂ ਨੂੰ ਮਿਲੇ ਆ, ਉਹ ਆਪਣੀਆਂ ਚੋਣਾਂ ਦੀ ਗੱਲ ਕਰ ਰਹੇ ਆ। ਚੋਣਾਂ ਇਹ ਅੱਜ ਹੋਣ ਕੱਲ ਹੋਣ, ਚੋਣਾਂ ਤਾਂ ਹੁਣੇ ਹੋਣਗੀਆਂ, ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਪੰਜਾਬ ਦੀਆਂ ਚੋਣਾਂ 'ਚ ਬਰਗਾੜੀ ਤੇ ਬਾਈਬਲ ਕਲਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੋਏ ਜਿਹੜੀ ਬੇਅਦਬੀ ਹੈ ਉਹ ਕਿਹਦੀ ਸਰਕਾਰ 'ਚ ਕਿਹਨਾਂ ਲੋਕਾਂ ਦੀ ਵਜ੍ਹਾ ਕਰਕੇ ਪਹਿਲਾਂ ਪੋਸਟਰ ਲਾ ਕੇ ਚੈਲੰਜ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬੇਅਦਬੀ ਹੋਈ। ਇੱਕ ਪਾਸੇ ਉਹ ਲੋਕ ਵੋਟਾਂ ਮੰਗਣ ਜਾਣਗੇ, ਇੱਕ ਪਾਸੇ ਗੁਰੂ ਮਹਾਰਾਜ ਦੀ ਬੇਅਦਬੀ ਨੂੰ ਰੋਕਣ ਦੇ ਲਈ ਜਿਹੜੇ ਲੋਕ ਬੈਠੇ ਸੀ ਜਿਨ੍ਹਾਂ ਨੇ ਗੋਲੀਆਂ ਖਾਧੀਆਂ, ਇੱਕ ਪਾਸੇ ਉਹ ਲੈਣ ਜਾਣਗੇ। ਇਹ ਦੋਨੇ ਧਿਰਾਂ ਆਪਸ ਦੇ ਵਿੱਚ ਲੋਕਾਂ ਕੋਲ ਜਾਣਗੇ। ਮੇਰੀ ਆਹੀ ਬੇਨਤੀ। ਥੈਂਕ ਯੂ ਵੈਰੀ ਮਚ। ਮਾਨ ਜੀ 2 ਲਾਈਨਾਂ ਦਾ ਕਮੈਂਟ ਤੁਹਾਡਾ ਇਸੇ ਮੁੱਦੇ ਤੇ, ਫਿਰ ਆਪਾਂ ਬਹਿਸ ਨੂੰ ਸਮੇਟਾਂਗੇ। ਬਸ ਸੰਗਤ ਦੇ ਦਰਬਾਰ 'ਚ ਜਾਣੀ ਹੈ ਜੀ ਗੱਲ, ਜਿਨ੍ਹਾਂ ਨੇ ਪ੍ਰਬੰਧ 'ਚ ਨਿਗਾਰ ਲਿਆਂਦਾ, ਜਿਨ੍ਹਾਂ ਨੇ ਗੁਰੂ ਸਾਹਿਬ ਜਿਨ੍ਹਾਂ ਦੇ ਰਾਜ ਭਾਗ 'ਚ ਹੋਇਆ ਉਹਨਾਂ ਨੂੰ ਸੰਗਤ ਨੇ ਪ੍ਰਵਾਨ ਨਹੀਂ ਕਰਨਾ, ਇਹ ਬਾਟਮ ਲਾਈਨ ਹੈਗੀ ਹੈ। ਚਲੋ ਇਹ ਫੈਸਲਾ ਮੇਰੀ ਜਿਹੜੀ ਗੱਲ ਸੰਗਤ ਦਾ ਫੈਸਲਾ ਸੰਗਤ ਕਰੇਗੀ ਫੈਸਲਾ। ਬਹੁਤ ਬਹੁਤ ਧੰਨਵਾਦ। ਇਸ ਮੁੱਦੇ ਤੇ ਆਪਾਂ ਫਿਰ ਦੁਬਾਰਾ ਬਹਿਸ ਆਵਾਂਗੇ ਇਹਨਾਂ ਸਵਾਲਾਂ ਨੂੰ ਲੈ ਕੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਜਿਸ ਮੁੱਦੇ ਤੇ ਆਪਾਂ ਚਰਚਾ ਕੀਤੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ, ਗੁਰਦੁਆਰਾ ਕਮਿਸ਼ਨ ਵੱਲੋਂ ਪੱਤਰ ਆਉਣ ਦੇ ਨਾਲ ਚਰਚਾ ਜ਼ਰੂਰ ਛਿੜ ਗਈ ਹੈ, ਪਰ ਕੀ ਐਸਜੀਪੀਸੀ ਦੀਆਂ ਚੋਣਾਂ ਕਿਸੇ ਮਿੱਥੇ ਸਮੇਂ 'ਚ ਹੋਣਗੀਆਂ? ਵੱਡਾ ਸਵਾਲ ਹੈ। ਇਹਨਾਂ ਮੁੱਦਿਆਂ ਤੇ ਜਿਹੜੇ ਮਹਿਮਾਨਾਂ ਨੇ ਆਪੋ ਆਪਣੀ ਰਾਏ ਦਿੱਤੀ ਹੈ, ਸੁਭਾਵਿਕ ਹੈ, ਸਾਰਿਆਂ ਦੇ ਆਪਾਂ ਧੰਨਵਾਦੀ ਹਾਂ। ਤੇ ਇਸ ਦੇ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।